सारी संगत अदब सत्कार प्यार पिच आखो जी वाहिगुरु जी का खालसा वाहिगुरु जी की फतेह। ਜਿਹੜਾ 1699 ਦੀ ਵਿਸਾਖੀ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਖੜੇ ਹੋ ਹਜ਼ੂਰ ਨੇ ਆਪਣੀ ਉਮਤ ਸੰਗਤ ਵਿੱਚੋਂ ਵਾਰੀ-ਵਾਰੀ 5 ਸੀਸਾਂ ਦੀ ਮੰਗ ਕਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਤੇ ਉਥੇ ਇਹ ਗੱਲ ਪ੍ਰਚੰਡ ਕਰਨ ਵਾਸਤੇ ਕਿ ਖੰਡੇ ਬਾਟੇ ਦੇ ਅੰਮ੍ਰਿਤ ਦੀ ਪੌੜ ਲੈਣੀ ਕਿਤਨੀ ਕੁ ਜ਼ਰੂਰੀ ਏ, ਸਾਡੇ ਮਨ ਵਿੱਚ ਕਿਸੇ ਤਰ੍ਹਾਂ ਦਾ ਸੰਦੇਹ ਸ਼ੰਕਾ ਜਾਂ ਸ਼ੱਕ ਨਾ ਰਹਿ ਜਾਏ। ਹਜ਼ੂਰ ਨੇ ਆਪ ਉਸ ਖੰਡੇ ਬਾਟੇ ਦੀ ਦਾਤ ਉਹਨਾਂ ਪੰਜਾਂ ਕੋਲੋਂ ਪ੍ਰਾਪਤ ਕੀਤੀ। ਇਸੇ ਸਬੰਧ ਵਿੱਚ ਕਿ ਜਿਹੜੇ ਅੰਮ੍ਰਿਤ ਦੀ ਦਾਤ ਆਪ ਝੋਲੀ ਅੱਡ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਲਖਤੇ ਜਿਗਰ ਪੰਜ ਸਿੰਘ ਸਹਿਬਾਨ ਤੋਂ ਮੰਗਦੇ ਨੇ ਕਿ ਅੱਜ ਦੇ ਅਜੋਕੇ ਯੁੱਗ ਵਿੱਚ ਸਿੱਖ ਨੂੰ ਉਸ ਅੰਮ੍ਰਿਤ ਦੀ ਜ਼ਰੂਰਤ ਨਹੀਂ। ਇਸ ਸੰਦਰਭ ਵਿੱਚ 2-4 ਬੇਨਤੀਆਂ ਆਪ ਜੀ ਨਾਲ ਸਾਂਝੀਆਂ ਕਰਾਂ। ਜਦੋਂ ਅੰਮ੍ਰਿਤ ਛਕਣ ਦੀ ਗੱਲ ਆਉਂਦੀ ਏ ਤੇ ਆਮ ਤੌਰ ਤੇ ਇਹ ਕਿਹਾ ਜਾਂ ਸੁਣਿਆ ਜਾਂਦਾ ਹੈ ਕਿ ਅੰਮ੍ਰਿਤ ਦੀ ਕੋਈ ਖਾਸ ਜ਼ਰੂਰਤ ਨਹੀਂ। ਸਵਾਲ ਹੁੰਦਾ ਕਿਉਂ, ਤੇ ਅੱਗੋਂ ਜਵਾਬ ਇਹ ਮਿਲਦਾ ਵੀ ਅੰਮ੍ਰਿਤ ਜਿਹੜਾ ਹੈ ਅੰਮ੍ਰਿਤ ਬਾਣੀ ਦੇ ਮੁਤਾਬਕ ਮਨੁੱਖ ਦੇ ਹਿਰਦੇ ਦੇ ਉੱਤੇ ਨਿਵਾਸ ਕਰਦਾ ਹੈ ਤੇ ਅੰਮ੍ਰਿਤ ਤੇ ਸਾਡੇ ਅੰਦਰ ਪਹਿਲੋਂ ਤੋਂ ਹੀ ਮੌਜੂਦ ਹੈ। ਹੁਣ ਅੰਮ੍ਰਿਤ ਛਕਣ ਦੀ ਜ਼ਰੂਰਤ ਕੀ ਹੈ? ਇੱਕ ਵਰਗ ਇੱਕ ਸ਼੍ਰੇਣੀ ਉਹ ਹੈ ਜਿਹੜੀ ਇਹ ਤੇ ਆਖਦੀ ਹੈ ਕਿ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ, ਪਰ ਨਾਲ ਹੀ ਉਹ ਇਹ ਵੀ ਸ਼ੰਕਾ ਪ੍ਰਗਟ ਕਰ ਦਿੰਦੇ ਵੀ ਮੈਂ ਇਹ ਗੱਲ ਚੰਗੀ ਤਰ੍ਹਾਂ ਸਮਝਣਾ ਵਾਂ ਵੀ ਅੰਮ੍ਰਿਤ ਛਕਣਾ ਜ਼ਰੂਰੀ ਹੈ, ਅੰਮ੍ਰਿਤ ਮਨੁੱਖ ਨੂੰ ਹਰ ਹਾਲ ਛਕ ਲੈਣਾ ਚਾਹੀਦਾ ਹੈ, ਪਰ ਮੈਂ ਅੰਮ੍ਰਿਤ ਤਾਂ ਨਹੀਂ ਛਕਦਾ ਵੀ ਅਜੇ ਮੈਂ ਅੰਮ੍ਰਿਤ ਛਕਣ ਦੀ ਤਿਆਰੀ ਕਰ ਰਿਹਾ ਵਾਂ। ਖਿਆਲ ਕਰਿਆ ਜੇ 2-4 ਨੁਕਤੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਹਜ਼ੂਰ ਦਾ ਪਟਨੇ ਵਿੱਚ ਪ੍ਰਕਾਸ਼ ਹੋਇਆ, ਉਹਨਾਂ ਨੇ ਫਲਾਣੇ ਥਾਂ ਦੇ ਉੱਤੇ ਇਹ ਜੰਗਾਂ ਲੜੀਆਂ, ਇਹ ਜਿਹੜੀਆਂ ਖਾਸ ਗੱਲਾਂ ਇਤਿਹਾਸ ਦੇ ਵਰਕਿਆਂ ਦੇ ਉੱਤੇ ਨੇ ਕਰੀਬਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ। ਕੰਨ ਰਸ ਦਾ ਕੋਈ ਬਹੁਤਾ ਲਾਭ ਨਹੀਂ। ਆਓ 2-1 ਨੁਕਤੇ ਉਹਨਾਂ ਦੇ ਉਪਦੇਸ਼ ਆਪਾਂ ਆਪਣੇ ਹਿਰਦੇ ਵਿੱਚ ਵਸਾ ਕਮਾਉਣ ਦਾ ਯਤਨ ਕਰੀਏ, ਸ਼ਾਇਦ ਜ਼ਿੰਦਗੀ ਵਿੱਚ ਕ੍ਰਾਂਤੀ ਆ ਜਾਏ। ਇਹ ਸਵਾਲ ਹੁੰਦਾ ਵੀ ਅੰਮ੍ਰਿਤ ਤੇ ਮੈਂ ਛਕਣਾ ਚਾਹੁੰਨਾ, ਵੀ ਮੈਂ ਅੰਮ੍ਰਿਤ ਤਾਂ ਨਹੀਂ ਛਕਦਾ ਕਿਤੇ ਮੇਰੇ ਤੋਂ ਅੰਮ੍ਰਿਤ ਦੀ ਬੇਅਦਬੀ ਨਾ ਹੋ ਜਾਏ। ਬੇਅਦਬੀ ਕਿਵੇਂ ਹੋ ਜਾਏਗੀ? ਉਹ ਕਹਿੰਦੇ ਵੀ ਅੰਮ੍ਰਿਤ ਮੈਂ ਛਕਾਂਗਾ, ਮੈਂ ਤਾਂ ਨਹੀਂ ਛਕਦਾ ਕਿਤੇ ਅੰਮ੍ਰਿਤ ਟੁੱਟ ਨਾ ਜਾਏ। ਇੱਕ ਗੱਲ। ਦੂਜੀ ਗੱਲ, ਅਜੇ ਮੈਂ ਅੰਮ੍ਰਿਤ ਛਕਣ ਦੀ ਤਿਆਰੀ ਕਰ ਰਿਹਾ, ਅੰਮ੍ਰਿਤ ਛਕਾਂਗਾ ਅਜੇ ਨਹੀਂ, ਮੈਂ ਥੋੜਾ ਜਿਹਾ ਮੈਂਟਲੀ ਵੀ ਵੈਸੇ ਵੀ ਆਪਣੀ ਤਿਆਰੀ ਕਰ ਲਵਾਂ ਕਿਤੇ ਅੰਮ੍ਰਿਤ ਮੇਥੋਂ ਟੁੱਟ ਨਾ ਜਾਏ, ਅੰਮ੍ਰਿਤ ਦੀ ਮੇਥੋਂ ਬੇਅਦਬੀ ਨਾ ਹੋ ਜਾਏ, ਮੈਂ ਤਾਂ ਨਹੀਂ ਅੰਮ੍ਰਿਤ ਛਕਦਾ। ਸਭ ਤੋਂ ਪਹਿਲੀ ਗੱਲ ਤੇ ਇਹ ਸਾਧ ਸੰਗਤ ਵੀ ਜਿਹੜਾ ਇਹ ਸਵਾਲ ਹੈ ਵੀ ਅੰਮ੍ਰਿਤ ਕਿਤੇ ਟੁੱਟ ਨਾ ਜਾਏ, ਖਿਆਲ ਕਰਨਾ ਅੰਮ੍ਰਿਤ ਕੋਈ ਕੱਚ ਦਾ ਬਰਤਨ ਨਹੀਂ ਜਿਹੜਾ ਟੁੱਟ ਜਾਂਦਾ ਹੈ। ਇਹ ਸਮਝ ਲੈਣਾ ਚੰਗੀ ਤਰ੍ਹਾਂ ਵੀ ਅੰਮ੍ਰਿਤ ਧਾਰੀ ਪਤਤ ਹੋ ਜਾਏ ਨਾ ਕਿਤੇ, ਖੁਦਾ ਨਾ ਖਾਸਤਾ ਕਿਤੇ ਅੰਮ੍ਰਿਤ ਧਾਰੀ ਤਿਲਕ ਜਾਏ, ਡੋਲ ਜਾਏ ਤੇ ਅੰਮ੍ਰਿਤ ਨਹੀਂ ਟੁੱਟਦਾ। ਅੰਮ੍ਰਿਤ ਕੋਈ ਟੁੱਟਣ ਵਾਲੀ ਚੀਜ਼ ਥੋੜਾ। ਅੰਮ੍ਰਿਤ ਨਹੀਂ ਟੁੱਟਦਾ, ਅੰਮ੍ਰਿਤ ਛਕਣ ਵਾਲਾ ਕਈ ਵਾਰਾਂ ਟੁੱਟ ਜਾਂਦਾ ਹੈ। ਭਲਾ ਅੰਮ੍ਰਿਤ ਕਿਵੇਂ ਟੁੱਟ ਸਕਦਾ? ਮੈਂ ਇੱਕ ਸਾਦਾ ਜਿਹੀ ਇਸ ਗੱਲ ਨੂੰ ਸਮਝਣ ਲਈ ਉਦਾਹਰਣ ਦੇਣਾ। ਅੰਮ੍ਰਿਤ ਹੈ ਕੀ? ਅੰਮ੍ਰਿਤ ਉਹ ਵਸਤੂ ਹੈ ਜਿਹੜੀ ਮਨੁੱਖ ਨੂੰ ਸੰਸਾਰ ਤੋਂ ਸਫ਼ਰ ਸ਼ੁਰੂ ਕਰਾ ਕੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਸਪੀਡ ਬ੍ਰੇਕਰਾਂ ਤੋਂ ਲੰਘਾ ਕੇ ਆਸਾ ਤ੍ਰਿਸ਼ਨਾ ਦੀਆਂ ਘਾਟੀਆਂ ਨੂੰ ਪਾਰ ਕਰਾ ਕੇ ਆਨੰਦਗੜ੍ਹ ਰਿਆਸਤ ਦੇ ਵਸਿੰਦੇ ਬਣਾ ਸਾਹਮਣੇ ਬੇਗਮਪੁਰੇ ਸ਼ਹਿਰ ਵੱਲ ਉਂਗਲ ਕਰਕੇ ਦੱਸਦਾ ਹੈ ਵੀ ਤੇਰੇ ਮਹਿਬੂਬ ਦਾ ਚਬਾਰਾ ਹੈ। ਉਸ ਚਬਾਰੇ ਦੀ ਇੱਕ ਸੀੜੀ ਦੇ ਉੱਤੇ ਇਸ਼ਾਰਾ ਕਰਕੇ ਦੱਸਦਾ ਹੈ ਇਹ ਧਰਮ ਦੀ ਸੀੜੀ ਏ, ਦੂਜੀ ਗਿਆਨ ਦੀ ਸੀੜੀ ਏ, ਤੀਜੀ ਮਿਹਨਤ ਦੀ ਸੀੜੀ ਏ, ਚੌਥੀ ਬਖਸ਼ਿਸ਼ ਦੀ ਸੀੜੀ ਏ। ਤੇ ਬਖਸ਼ਿਸ਼ ਦੀ ਸੀੜੀ ਤੇ ਖੜੇ ਹੋ ਕੇ ਜਦੋਂ ਦਸਤਕ ਦੇਂਗਾ ਤੇ ਸੱਚਖੰਡ ਦਾ ਦਰਵਾਜ਼ਾ ਖੁੱਲੇਗਾ। ਭਲਾ ਇਹ ਦੱਸੋ ਵੀ ਤੁਸੀਂ ਅੱਜ ਤੱਕ ਕਦੀ ਇਹ ਸੁਣਿਆ ਵੀ ਫਲਾਣੇ ਹਾਈਵੇ ਦੇ ਉੱਤੇ ਐਕਸੀਡੈਂਟ ਹੋਇਆ ਤੇ ਉਸ ਐਕਸੀਡੈਂਟ ਦੇ ਵਿੱਚ ਉਹ ਸੜਕ ਜਿਹੜੀ ਹੈ, ਰੋਡ ਜਿਹੜਾ ਉਹ ਟੁੱਟ ਗਿਆ? ਅੰਮ੍ਰਿਤ ਇੱਕ ਰਸਤਾ ਹੈ ਜਿਹਦੇ ਉੱਤੇ ਜਗਿਆਸੂ ਸੰਸਾਰ ਤੋਂ ਸਫ਼ਰ ਪ੍ਰਾਰੰਭ ਕਰਕੇ ਨਿਰੰਕਾਰ ਦੇ ਦਰਬਾਰ ਪਹੁੰਚਦਾ ਹੈ। ਅੰਮ੍ਰਿਤ ਕੋਈ ਟੁੱਟਣ ਭੱਜਣ ਵਾਲੀ ਵਸਤੂ ਨਹੀਂ। ਦੂਜਾ ਇਹ ਸਵਾਲ ਹੁੰਦਾ ਤੇ ਬੇਨਤੀ ਕਰਦੇ ਹਾਂ, ਖੁਦਾ ਨਾ ਖਾਸਤਾ ਕਿਤੇ ਅੰਮ੍ਰਿਤ ਧਾਰੀ ਡੋਲ ਜਾਏ, ਤਿਲਕ ਜਾਏ, ਪਤਤ ਹੋ ਜਾਏ ਤੇ ਜਿਸ ਤਰ੍ਹਾਂ ਸੜਕ ਦੇ ਉੱਤੇ ਪਰਸਪਰ ਟਕਰਾਉਣ ਵਾਲੇ ਵਹੀਕਲ ਯਾਤਾਯਾਤ ਦੇ ਸਾਧਨ ਟਕਰਾਉਣ ਨਾਲ ਜਦੋਂ ਨੇਸਤੋ ਨਾਬੂਦ ਹੁੰਦੇ ਨੇ ਤੇ ਉਹਨਾਂ ਦੀ ਮੁਰੰਮਤ ਦੀ ਜੇ ਸੰਭਾਵਨਾ ਹੋਵੇ ਨਾ ਤੇ ਵਰਕਸ਼ਾਪ ਵਿੱਚ ਜਾ ਕੇ ਉਹਨਾਂ ਦੀ ਦੁਬਾਰਾ ਮੁਰੰਮਤ ਕਰ ਦਿੱਤੀ ਜਾਂਦੀ ਹੈ। ਉਹੀ ਵਸਤੂ, ਉਹੀ ਵਹੀਕਲ ਦੁਬਾਰਾ ਸੜਕ ਤੇ ਫਿਰ ਦੌੜਨ ਲੱਗ ਪੈਂਦਾ। ਇਸੇ ਤਰ੍ਹਾਂ ਖੁਦਾ ਨਾ ਖਾਸਤਾ ਕਿਰੇ ਸਿੱਖ ਪਤਤ ਹੋ ਜਾਏ ਨਾ ਤੇ ਪੰਜਾਂ ਪਿਆਰਿਆਂ ਦੇ ਕੋਲ ਆ ਕੇ ਫਿਰ ਉਹਦੇ ਤੇ ਬਖਸ਼ਿਸ਼ ਕਰ ਦਿੱਤੀ ਜਾਂਦੀ। ਇਸ ਗੱਲੋਂ ਉੱਕਾ ਨਹੀਂ ਡਰਨਾ ਚਾਹੀਦਾ ਵੀ ਕਿਤੇ ਅੰਮ੍ਰਿਤ ਟੁੱਟ ਨਾ ਜਾਏ, ਮੈਂ ਅੰਮ੍ਰਿਤ ਤਾਂ ਨਹੀਂ ਛਕਦਾ।
ਇਹ ਬਿਲਕੁਲ ਹਿਰਦੇ ਚੋਂ ਹੂੰਝ ਕੇ ਗੱਲ ਕੱਢ ਦਿਓ ਵੀ ਅੰਮ੍ਰਿਤ ਕੋਈ ਟੁੱਟਣ ਵਾਲੀ ਚੀਜ਼ ਨਹੀਂ। ਅੰਮ੍ਰਿਤ ਹਮੇਸ਼ਾ ਅਮਰ ਚੀਜ਼ ਹੈ। ਅੰਮ੍ਰਿਤ ਧਾਰੀ ਤਿਲਕ ਸਕਦਾ, ਡੋਲ ਸਕਦਾ। ਦੂਜਾ ਸਵਾਲ ਇਹ ਵੀ ਅਸੀਂ ਅੰਮ੍ਰਿਤ ਤੇ ਛਕਣਾ ਚਾਹੁੰਦੇ, ਪਰ ਅਸੀਂ ਅਜੇ ਤਿਆਰੀ ਕਰ ਰਹੇ ਹਾਂ। ਦੋ ਵਰਗ ਨੇ, ਤੇ ਇੱਕ ਵਰਗ ਤੇ ਉਹ ਕਹਿੰਦਾ ਵੀ ਮੈਂਟਲੀ ਤਿਆਰੀ ਹੋਵੇ ਜਾਂ ਯੋਗ ਅੰਮ੍ਰਿਤਧਾਰੀ ਹੋਵੇ ਜਾਂ ਨਾ ਹੋਵੇ, ਛੇਤੀ ਛੇਤੀ ਅੰਮ੍ਰਿਤ ਛਕਾ ਦਿਓ। ਖਿਆਲ ਕਰਨਾ, ਪੋਜ਼ਿਟਿਵ ਤੇ ਨੈਗੇਟਿਵ ਦੋਵੇਂ ਪੱਖ ਆਪਾਂ ਲੈ ਲਈਏ। ਇੱਕ ਵਰਗ ਉਹ ਹੈ ਜਿਹੜਾ ਸਿਰਫ ਇੱਥੇ ਹੀ ਅੜਿਆ ਖਲੋਤਾ ਹੈ ਵੀ ਅੰਮ੍ਰਿਤ ਛਕਾਂਗੇ, ਅਜੇ ਮੈਂ ਮੈਂਟਲੀ ਤਿਆਰ ਨਹੀਂ, ਜਦੋਂ ਮੈਂ ਐਨ ਆਪਣੇ ਆਪ ਨੂੰ ਠੀਕ ਕਰ ਲਾਂਗਾ ਨਾ ਉਦੋਂ ਮੈਂ ਅੰਮ੍ਰਿਤ ਛਕਾਂਗਾ, ਜਦੋਂ ਮੈਂ ਰਹਿਤ ਬਹਿਤ ਵਿੱਚ ਪੂਰਾ ਹੋ ਜਾਵਾਂਗਾ ਉਦੋਂ ਮੈਂ ਅੰਮ੍ਰਿਤ ਛਕਾਂਗਾ। ਇਹ ਤੇ ਸੰਭਵ ਨਹੀਂ ਵੀ ਕੋਈ ਮਨੁੱਖ ਗੁਰੂ ਦੀ ਪੌਲ ਲਏ ਬਗੈਰ ਇਹ ਕਵੇ ਵੀ ਮੈਂ ਅਧੂਰੇ ਤੋਂ ਪੂਰਾ ਹੋ ਜਾ, ਇਹ ਗੱਲ ਕਦਾਚਿਤ ਨਹੀਂ ਹੋ ਸਕਦੀ। ਇਹ ਗੱਲ ਬਿਲਕੁਲ ਇਸੇ ਤਰ੍ਹਾਂ ਦੀ ਏ ਜਿਸ ਤਰ੍ਹਾਂ ਕਿਸੇ ਬਿਮਾਰ ਵਿਅਕਤੀ ਨੂੰ ਕੋਈ ਦਾਨਾ ਬੰਦਾ ਕਵੇ ਵੀ ਚੱਲ ਸੱਜਣਾ ਤੈਨੂੰ ਮੈਂ ਕਿਸੇ ਸਿਆਣੇ ਵੈਦ ਕੋਲ ਲੈ ਚੱਲਾਂ, ਉਸ ਵੈਦ ਕੋਲੋਂ ਦਵਾ ਦਾਰੂ ਦਵਾ ਕੇ ਤੈਨੂੰ ਮੈਂ ਰਾਜ਼ੀ ਕਰ ਦਿਆਂ, ਉਹਦੇ ਕੋਲੋਂ ਸੰਜਮ ਪੁੱਛ ਕੇ ਤੂੰ 9/9 ਹੋ ਜਾਏ, ਤੇ ਉਹ ਬਿਮਾਰ ਪਤਾ ਕੀ ਆਖੇ? ਉਹ ਆਖੇ ਵੀ ਮੈਂ ਦਵਾ ਦਾਰੂ ਲਵਾਂਗਾ, ਮੈਂ ਵੈਦ ਦੀ ਕਾਬਲੀਅਤ ਨੂੰ ਮੰਨਣਾ ਵਾਂ, ਮੈਂ ਸਮਝਣਾ ਵਾਂ ਵੀ ਦਵਾਈਆਂ ਵਿੱਚ ਅਸਰ ਹੁੰਦਾ ਹੈ, ਸੰਜਮ ਰੱਖਣ ਨਾਲ ਮਨੁੱਖ ਠੀਕ ਹੋ ਜਾਂਦਾ ਹੈ, ਤੇ ਮੈਂ ਵੈਦ ਕੋਲ ਜਾਣ ਲਈ ਬਿਲਕੁਲ ਤਤਪਰ ਤਿਆਰ ਹਾਂ, ਪਰ ਜਾਵਾਂਗਾ ਉਦੋਂ ਜਦੋਂ ਮੈਂ ਠੀਕ ਹੋ ਜਾਵਾਂਗਾ। ਇਹ ਜਿਹੜੀ ਗੱਲ ਏ ਵੀ ਮੈਂ ਰਹਿਤ ਬਹਿਤ ਵਿੱਚ ਪੱਕਾ ਹੋ ਜਾ ਫਿਰ ਮੈਂ ਅੰਮ੍ਰਿਤ ਛਕਾਂਗਾ, ਇਨ ਬਿਨ ਇਸੇ ਤਰ੍ਹਾਂ ਦੀ ਏ ਜਿਵੇਂ ਕੋਈ ਬਿਮਾਰ ਕਹਿ ਰਿਹਾ ਹੋਵੇ ਮੈਂ ਰਾਜੀ ਹੋ ਜਾ ਵੈਦ ਕੋਲ ਫਿਰ ਦਵਾ ਲੈਣ ਜਾਵਾਂਗਾ। ਵੀ ਜੇ ਭੋਲਿਆ ਤੂੰ ਘਰ ਬੈਠਾ ਰਾਜੀ ਹੋ ਜਾਏ ਫਿਰ ਵੈਦ ਦੀ ਅਹਿਮੀਅਤ ਕੀ ਹੈ? ਫਿਰ ਵੈਦ ਕੋਲ ਜਾਣ ਦੀ ਲੋੜ ਕੀ ਹੈ? ਫਿਰ 5-5 ਵਰੇ ਮੈਡੀਕਲ ਕਾਲਜਾਂ ਦੇ ਵਿੱਚ ਮਿਹਨਤ ਮੁਸ਼ੱਕਤ ਕਰਨ ਦੀ ਜ਼ਰੂਰਤ ਕੀ ਹੈ? ਜੇ ਤੂੰ ਆਪਣੇ ਘਰ ਬੈਠ ਕੇ ਹੀ ਰਾਜੀ ਹੋ ਸਕਣਾ ਫਿਰ ਵੈਦ ਦੀ ਇੰਪੋਰਟੈਂਸ ਉੱਕਾ ਹੀ ਖਤਮ ਹੋ ਜਾਂਦੀ ਹੈ। ਇਹ ਵਰਗ ਜਿਹੜਾ ਹੈ ਜਿਹੜਾ ਕਹਿੰਦਾ ਮੈਂ ਰਹਿਤ ਬਹਿਤ ਵਿੱਚ ਪੱਕਾ ਹੋ ਜਾ ਫਿਰ ਮੈਂ ਅੰਮ੍ਰਿਤ ਛਕਾਂਗਾ, ਪਤਾ ਕਿਉਂ? ਕਈ ਵਾਰਾਂ ਨਾ ਜਗਿਆਸੂ ਟੇਬਲ ਟਾਕ ਵਿੱਚ ਜਦੋਂ ਗੱਲਾਂ ਕਰਦੇ ਵੀ ਭਾਈ ਸਾਹਿਬ ਜੀ ਤੁਸੀਂ ਗੁਰੂ ਕੀ ਕਥਾ ਕਰਦੇ ਹੋ, ਤੁਹਾਡੇ ਤੋਂ ਤੇ ਸਾਨੂੰ ਬਹੁਤ ਉਮੀਦਾਂ ਨੇ, ਉਹ ਇਸ ਤਰ੍ਹਾਂ ਦਾ ਨਕਸ਼ਾ ਖਿੱਚਦੇ ਵੀ ਜਿਵੇਂ ਕੀਰਤਨ ਕਥਾ ਕਰਨ ਵਾਲਾ ਬ੍ਰਹਮ ਗਿਆਨੀ ਹੁੰਦਾ ਹੈ। ਕੋਈ ਸ਼ੱਕ ਨਹੀਂ ਹੋਣਾ ਬ੍ਰਹਮ ਗਿਆਨੀ ਚਾਹੀਦਾ, ਪਰ ਮੈਂ ਇੱਕ ਬੇਨਤੀ ਕਰਾਂ ਤੁਹਾਡੇ ਤੋਂ ਖਿਮਾ ਲੈ ਕੇ, ਜੇ ਜਸਵਿੰਦਰ ਸਿੰਘ ਬ੍ਰਹਮ ਗਿਆਨੀ ਹੋਵੇ ਫਿਰ ਹੱਥ ਜੋੜ ਕੇ ਤੁਹਾਡੇ ਕੋਲੋਂ ਵੀਕਾ ਮੰਗਦਾ ਫਿਰ ਵੀ 2 ਵੀਕਾ ਮੈਨੂੰ ਦੇ ਦਿਓ, 1 ਮਹੀਨੇ ਦੀ ਸੇਵਾ ਮੈਨੂੰ ਦੇ ਦਿਓ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ, ਉਹਨੂੰ ਤੇ ਜ਼ਰੂਰਤ ਨਹੀਂ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ। ਜ਼ਰੂਰਤ ਹੀ ਨਹੀਂ ਤੁਹਾਡੀ, ਤੁਸੀਂ ਆਪ ਚੱਲ ਕੇ ਆਓਗੇ, ਮੈਨੂੰ ਕੋਈ ਤੁਹਾਡੀ ਜ਼ਰੂਰਤ ਨਹੀਂ ਪਏਗੀ ਜੇ ਮੇਰੀ ਸੱਚੀ ਮੁੱਚੀ ਉਹ ਅਵਸਥਾ ਬਣ ਜਾਏ, ਪਰ ਇੰਨੀ ਜਲਦੀ ਪੋਸੀਬਲ ਨਹੀਂ। ਜੋ ਮੈਨੂੰ ਸਮਝ ਆਈ ਏ, ਜਿਵੇਂ ਅਸੀਂ ਬੱਚੇ ਨੂੰ ਪ੍ਰਾਇਮਰੀ ਵਿੱਚ ਦਾਖਲ ਕਰਾਉਨੇ ਆ, ਉਹ ਸਹਿਜੇ ਸਹਿਜੇ ਆਹਿਸਤਾ ਆਹਿਸਤਾ ਹੌਲੀ ਹੌਲੀ ਸਟੈਪ ਬਾਈ ਸਟੈਪ, ਇੱਕ ਬੱਚਾ ਜਿਹਨੂੰ ਅਸੀਂ ABC ਤੋਂ ਸ਼ੁਰੂ ਕਰਾਨੇ ਆ ਉਹ ਵੀ ਉਹਨੂੰ ਵਿਸਰ ਜਾਂਦੀ ਏ। ਇੱਕ ਸਮਾਂ ਹੁੰਦਾ ਹੈ ਵੀ ਉਹ ਗ੍ਰੰਥਾਂ ਦੇ ਗ੍ਰੰਥ ਜ਼ਬਾਨੀ ਕੰਠ ਕਰਕੇ ਸੁਣਾ ਦਿੰਦਾ, ਪਰ ਉਹ ਲਖਤੇ ਉਸੇ ਵੇਲੇ ਨਹੀਂ, ਉਹਦੇ ਵਾਸਤੇ ਮਿਹਨਤ ਦੀ, ਉਹਦੇ ਵਾਸਤੇ ਸਮੇਂ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਜੋ ਮੈਨੂੰ ਸਮਝ ਆਈ ਏ, ਅਸੀਂ ਤਾਂ ਕਹਿੰਦੇ ਆ ਵੀ ਅੰਮ੍ਰਿਤ ਦੇ ਘੁੱਟ ਅੰਦਰ ਜਾਣ ਤੇ ਨੇਤਰਾਂ ਵਿੱਚ ਬ੍ਰਹਮ ਗਿਆਨ ਆ ਜਾਏ, ਏਡੀ ਜਲਦੀ ਪੋਸੀਬਲ ਨਹੀਂ। ਇਹ ਤੇ ਇੱਕ ਪ੍ਰਾਇਮਰੀ ਸਕੂਲ ਵਿੱਚ ਦਾਖਲਾ ਲੈਣ ਵਾਲੀ ਗੱਲ ਏ, ਮਾਤਰ ਦਾਖਲਾ ਲੈਣ ਦੀ ਗੱਲ ਨਹੀਂ। ਫਿਰ ਉਹ ਨਿਰੰਤਰ ਕਲਾਸਿਸ ਅਟੈਂਡ ਕਰੇ ਸੰਗਤ ਦੀਆਂ, ਉਹਨਾਂ ਨੂੰ ਸੁਣੇ ਕੰਨਾਂ ਨਾਲ ਨਹੀਂ ਬਲਕਿ ਮਨ ਨਾਲ, ਫਿਰ ਹਿਰਦੇ ਵਿੱਚ ਵਸਾਏ, ਕੇਵਲ ਵਸਾਏ ਨਾ ਸਗੋਂ ਨਾਲ ਨਾਲ ਉਹਨਾਂ ਨੂੰ ਕਮਾਏ, ਫੇਰ ਵੀ ਥੋੜਾ ਸਮਾਂ ਲੱਗੇਗਾ ਪ੍ਰੋਗਰੈਸ ਕਰਨ ਵਾਸਤੇ, ਤਰੱਕੀ ਕਰਨ ਵਾਸਤੇ। ਐਸਾ ਨਹੀਂ ਵੀ ਅੰਮ੍ਰਿਤ ਦੇ ਘੁੱਟ ਅੰਦਰ ਗਏ ਤੇ ਇੱਕਦਮ ਜੀਵਨ ਰੂਪਾਂਤਰਿਤ ਹੋ ਗਿਆ, ਕ੍ਰਾਂਤੀ ਆ ਗਈ ਕਦਮਾਂ ਵਿੱਚ, ਜ਼ਬਾਨ ਦੀ ਨੋਕ ਤੇ ਬਰਕਤ ਆ ਗਈ। ਐਸਾ ਬਹੁਤ ਘੱਟ ਹੁੰਦਾ ਹੈ। ਛਕਾਣ ਵਾਲੇ ਜਿਹੜੇ ਨੇ ਉਹਨਾਂ ਵਿੱਚ ਕਿਤੇ ਆਪ ਰੱਬ ਵਸਿਆ ਹੋਵੇ ਨਾ ਤੇ ਇੱਕ ਵਾਰਾਂ 2-4 ਮਹੀਨੇ ਹੁਲਾਰਾ ਆਵੇਗਾ, ਪਰ ਉਹ ਵੀ ਜੇ ਨਿਰੰਤਰ ਅਸੀਂ ਉਹਨਾਂ ਦੀ ਰਹਿਤ ਅਨੁਸਾਰ ਚੱਲਦੇ ਰਹੀਏ। ਅਦਰਵਾਈਜ਼ ਇਹ ਪ੍ਰਾਇਮਰੀ ਸਕੂਲ ਤੋਂ PhD ਤੱਕ ਦਾ ਸਫ਼ਰ ਹੈ, ਸਹਿਜੇ ਸਹਿਜੇ ਇਹ ਪ੍ਰਾਰੰਭ ਹੋ ਕੇ ਉੱਥੇ ਮਨੁੱਖ ਪਹੁੰਚਦਾ ਹੀ, ਲਗਤੇ ਇੱਕਦਮ ਨਹੀਂ। ਖੈਰ ਮੈਂ ਬੇਨਤੀ ਕਰ ਰਿਹਾ ਸਾਂ ਵੀ ਅੰਮ੍ਰਿਤ ਦੇ ਅਰਥ ਇਹ ਨਹੀਂ ਵੀ ਮਨੁੱਖ ਕਵੇ ਵੀ ਅੰਮ੍ਰਿਤ ਮੈਂ ਉਦੋਂ ਛਕਾਂਗਾ ਜਦੋਂ ਮੈਂ ਬ੍ਰਹਮ ਗਿਆਨੀ ਬਣ ਜਾਵਾਂਗਾ, ਜਾਂ ਮੈਂ ਅੰਮ੍ਰਿਤ ਉਹ ਛਕਾਂਗਾ ਜਿਹੜਾ ਛਕਦਿਆਂ ਸਾਰ ਮੈਂ ਬ੍ਰਹਮ ਗਿਆਨੀ ਬਣ ਜਾ। ਜੋ ਮੈਨੂੰ ਸਮਝ ਆਈ ਏ, ਇਹ ਤੇ ਇੱਕ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ, ਗੁਰੂ ਦੀ ਸਿੱਖਿਆ ਨੂੰ ਸਮਝ ਕੇ ਉਹਦੇ ਤੇ ਤੁਰਨ ਦੀ ਕੋਸ਼ਿਸ਼ ਕਰਨੀ ਹੈ। ਸਹਿਜੇ 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 ਜਿਵੇਂ ਜਿਵੇਂ ਅਸੀਂ ਆਪਣੇ ਸਰੀਰ ਨੂੰ ਸਵਾਰਦੇ ਜਾਵਾਂਗੇ, ਆਪਣੇ ਮਨ ਨੂੰ ਸਵਾਰਦੇ ਜਾਵਾਂਗੇ, ਜਿਵੇਂ ਜਿਵੇਂ ਵਾਧੂ ਚੀਜ਼ਾਂ ਅਸੀਂ ਲਾਂਘਦੇ ਜਾਵਾਂਗੇ। ਮੈਂ ਇੱਕ ਗੱਲ ਸੁਣੀ, ਕਹਿੰਦੇ ਵੀ ਕਿਸੇ ਬਾਜ਼ਾਰ ਦੇ ਵਿੱਚ ਪੱਥਰ ਪਿਆ ਅਣਘੜਤ ਜਿਹਾ ਲੰਬਾ ਚੌੜਾ,
ਪਿੰਡ ਦੀ ਸੱਥ ਉੱਥੇ ਬਹਿੰਦੀ ਹੁੰਦੀ ਸੀ। ਕਿਸੇ ਨੇ ਉੱਤੇ ਪੈਰ ਰੱਖ ਕੇ ਖੜੇ ਹੋ ਜਾਣਾ, ਕਿਸੇ ਨੇ ਪਰਨਾ ਰੱਖ ਕੇ ਉੱਤੇ ਹੀ ਬਹਿ ਜਾਣਾ। ਇੱਕ ਦਿਨ ਅਚਾਨਕ ਉਹ ਪੱਥਰ ਅਲੋਪ ਹੋ ਗਿਆ। ਕਿਸੇ ਨੇ ਪੁੱਛਿਆ ਸੱਥ ਵਿੱਚ ਬੈਠੇ ਨੇ ਵੀ ਇੱਥੇ ਇੱਕ ਪੱਥਰ ਹੁੰਦਾ ਸੀ ਬਹੁਤ ਲੰਬਾ ਚੌੜਾ, ਉਹ ਪੱਥਰ ਅੱਜ ਕੱਲ ਕਿੱਥੇ ਵੇ? ਉਹਦੇ ਤੇ ਪੈਰ ਰੱਖ ਲਈਦਾ ਸੀ, ਉਹਦੇ ਤੇ ਬਹਿ ਜਾਈਦਾ ਸੀ। ਕੋਲ ਬੈਠਾ ਕਹਿਣ ਲੱਗਾ ਐ ਨਾ ਕਹਿ, ਹੁਣ ਉਹ ਪੱਥਰ ਪੈਰ ਰੱਖਣ ਵਾਲਾ ਨਹੀਂ ਰਿਹਾ। ਕਹਿਣ ਲੱਗੇ ਫਿਰ ਹੋਰ ਕੀ ਹੋ ਗਿਆ? ਕਹਿਣ ਲੱਗੇ ਅੱਜ ਕੱਲ ਉਹ ਪੱਥਰ ਰੱਬ ਬਣ ਗਿਆ। ਕਹਿਣ ਲੱਗੇ ਉਹ ਰੱਬ ਕਿਵੇਂ ਬਣ ਗਿਆ? ਕਹਿਣ ਲੱਗੇ ਬਸ ਕੋਈ ਬੁੱਤ ਤਰਾਸ਼ ਆਇਆ, ਉਹਨੇ ਉਹਦੇ ਚੋਂ ਵਾਧੂ ਪੱਥਰ ਕੱਢ ਦਿੱਤਾ ਤੇ ਜੋ ਬਚਿਆ ਉਹ ਮੂਰਤੀ ਸੀ। ਮੂਰਤੀ ਨੂੰ ਚੁੱਕ ਕੇ ਸਨਾਤਨੀਆਂ ਨੇ ਮੰਦਿਰ ਵਿੱਚ ਸਥਾਪਨ ਕਰ ਦਿੱਤਾ। ਹੁਣ ਉਹਦੇ ਤੇ ਲੋਕ ਪੈਰ ਨਹੀਂ ਰੱਖਦੇ, ਬਹਿੰਦੇ ਨਹੀਂ, ਬਲਕਿ ਉਹਨੂੰ ਜਾ ਕੇ ਸਿਜਦਾ ਕਰਦੇ ਨੇ, ਉਹਦੇ ਅੱਗੇ ਨੱਕ ਰਗੜਦੇ ਨੇ, ਟੱਲ ਖੜਕਾਉਂਦੇ ਨੇ। ਸ਼ਾਬਾਸ਼ ਬੁੱਤੋ, खूब तरक्की की, जब तराशे ना थे तो पत्थर थे, तराशे गए खुदा बन गए। बस इसे तरह गुरु सानू तराशदा, काम क्रोध लोभ मोह अहंकार आसा तृष्णा निंदिया त्वसब, ये सारे गुरमत की शैणी थोड़ी लैके तराशदा है। तराशद्यां तराशद्यां ਉਹਦੇ ਵਿੱਚੋਂ ਇੱਕ ਮੂਰਤੀ ਨਿਕਲ ਜਾਂਦੀ ਏ ਤੇ ਉਹ ਮੂਰਤੀ ਲੈਣੇ ਵਾਂਗੂ ਇੱਕ ਦਿਨ ਉਹ ਪ੍ਰਾਇਮਰੀ ਤੋਂ ਸਫ਼ਰ ਪ੍ਰਾਰੰਭ ਕਰਕੇ ਹੌਲੀ ਹੌਲੀ ਅਵਸਥਾ ਇਹ ਬਣਦੀ ਏ भी इश्क की भट्टी में पाकर जब कुंदन किया, लहने से अंगद और अंगद से अल्लाह कर दिया। ਉਹ ਸਧਾਰਨ ਵਿਅਕਤੀ ਤੋਂ ਮਾਨੁਖ ਤੇ ਦੇਵਤੇ ਕਰਦਿਆਂ ਦੇਰ ਨਹੀਂ ਲਾਂਦਾ। ਐਸਾ ਨਹੀਂ ਵੀ ਮਨੁੱਖ ਇਹ ਕਵੇ ਵੀ ਮੈਂ ਆਪਣੇ ਆਪ ਨੂੰ ਪਹਿਲੋਂ ਸਵਾਰ ਲਵਾਂ ਫਿਰ ਗੁਰੂ ਕੋਲ ਆਪਣੇ ਆਪ ਨੂੰ ਮੈਂ ਸਵਾਰਨ ਵਾਸਤੇ ਪੇਸ਼ ਕਰਾਂਗਾ, ਫਿਰ ਗੁਰੂ ਦੀ ਜ਼ਰੂਰਤ ਕੀ ਹੈ। ਐਸਾ ਬਿਲਕੁਲ ਨਹੀਂ, ਬਲਕਿ ਅਸੀਂ ਬਿਮਾਰ ਹਾਂ ਤੇ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਗੁਰੂ ਸਾਡੇ ਪੰਜੇ ਰੋਗ ਨਿਵਾਰਨ ਵਾਲਾ ਹੈ, ਉਹ ਸਾਨੂੰ ਮੁਖੱਲਸ ਕਰਨ ਵਾਲਾ ਹੈ। ਤੇ ਮੈਂ ਹੋਰ ਬੇਨਤੀ ਕਰਾਂ, ਦੂਜੀ ਗੱਲ ਇਹ ਵੀ ਇੱਕ ਪੱਖ ਹੈ ਵੀ ਬੰਦਾ ਬਿਲਕੁਲ ਆਪਣੇ ਵੱਲੋਂ ਤਿਆਰ ਨਹੀਂ, ਉਹਦੀ ਬਿਲਕੁਲ ਇਸ ਪਾਸੇ ਕੋਈ ਰੁਚੀ ਨਹੀਂ, 1% ਵੀ ਨਹੀਂ, ਤੇ ਉਹਨੂੰ ਅਸੀਂ ਧੱਕੇ ਨਾਲ ਗੁਰੂ ਵਾਲਾ ਬਣਾ ਦਿੰਦੇ ਆ, ਉਹਦਾ ਅੰਦਰਲਾ ਮੰਨਣ ਲਈ ਤਿਆਰ ਨਹੀਂ। ਐਸੇ ਵਿਅਕਤੀ ਦੇ ਗਲ ਵਿੱਚ ਵੀ ਗਾਤਰਾ ਪਾਉਣ ਦੀ ਬਹੁਤੀ ਆਊਟਪੁੱਟ ਨਹੀਂ। ਮੈਂ ਤੁਹਾਡੇ ਨਜ਼ਰ ਇੱਕ ਗੱਲ ਕਰਾਂ ਵੀ ਜੇ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਜਾ ਕੇ ਧਾਰਮਿਕ ਜਿੰਨੇ ਵੀ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਰਜਿਸਟਰ ਫੋਲੋ ਤੇ ਜਿੰਨੀ ਸਾਡੀ ਕੌਮ ਦੀ ਗਿਣਤੀ ਹੈ ਉਦੋਂ 2 ਗੁਣਾ ਅੰਮ੍ਰਿਤਧਾਰੀਆਂ ਦੀ ਗਿਣਤੀ ਸਾਡੇ ਰਜਿਸਟਰਾਂ ਵਿੱਚ ਹੋ ਚੁੱਕੀ ਹੈ। ਵੀ ਇੰਨੇ ਲੋਕ ਅੰਮ੍ਰਿਤ ਛਕ ਚੁੱਕੇ। ਠੀਕ ਹੈ, ਮੈਂ ਤੁਹਾਡੇ ਜਜ਼ਬਾਤਾਂ ਨਾਲ ਖੇਡ ਕੇ ਇੱਥੇ ਹੁਣੇ ਤੁਹਾਨੂੰ 10-50 ਨੂੰ ਮੈਂ ਅੰਮ੍ਰਿਤ ਲਈ ਤਿਆਰ ਕਰ ਸਕਣਾ। ਗੁਰੂ ਦੀ ਭੈ ਭਾਵਨੀ ਵਿੱਚ ਰਹਿ ਕੇ ਮੈਂ ਕਹਿੰਦਾ ਵੀ ਇੰਨੀ ਕੁ ਸਮਰੱਥਾ ਮੈਂ ਰੱਖਣਾ ਵੀ ਹੁਣੇ ਤੁਹਾਡੇ ਤੋਂ ਜਕਾਰੇ ਛਡਾ ਸਕਣਾ ਵੀ ਹੁਣੇ ਮੈਂ ਅੰਮ੍ਰਿਤ ਛਕ ਲਾਂਗਾ, ਪਰ ਉਹਦਾ ਲਾਭ ਕੋਈ ਨਹੀਂਗਾ। ਹੁਣ ਕੌਮ ਦੀ ਗਿਣਤੀ ਜੇ 2 ਕਰੋੜ ਹੈ, ਰਜਿਸਟਰ ਆંકੜੇ ਦੱਸਦੇ ਨੇ 4 ਕਰੋੜ ਲੋਕ ਅੰਮ੍ਰਿਤ ਛਕ ਚੁੱਕੇ। ਹੁੰਦਾ ਕੀ ਹੈ ਵੀ ਰਜਿਸਟਰ ਅਸੀਂ ਭਰ ਰਹੇ ਹਾਂ, ਉਹ ਹੀ ਬੰਦਾ ਪਰਤ ਕੇ ਪਤਤ ਹੋ ਕੇ ਅੰਮ੍ਰਿਤ ਛਕੀ ਜਾ ਰਿਹਾ, ਪਤਤ ਹੋ ਰਿਹਾ, ਅੰਮ੍ਰਿਤ ਛਕੀ ਜਾ ਰਿਹਾ, ਪਤਤ ਹੋ ਰਿਹਾ, ਅੰਮ੍ਰਿਤ ਛਕੀ ਜਾ ਰਿਹਾ। ਆંકੜੇ ਕਹਿੰਦੇ ਨੇ ਵੀ ਸਾਰੀ ਕੌਮ ਅੰਮ੍ਰਿਤਧਾਰੀ ਹੋ ਗਈ ਹੈ। ਯਥਾਰਥ ਇਹ ਵੇ ਵੀ 2% ਵੀ ਲੋਕ ਗੁਰੂ ਦੇ ਸਨਮੁਖ ਸ਼ਾਇਦ ਨਾ ਸਾਨੂੰ ਲੱਭਣ। ਇੱਕ ਵਰਗ ਉਹ ਏ ਜਿਹੜਾ ਕਹਿੰਦਾ ਮੈਂ ਤਿਆਰੀ ਕਰ ਰਿਹਾ, ਉਹ ਵੀ ਰੌਂਗ ਏ, ਤੇ ਇੱਕ ਵਰਗ ਉਹ ਏ ਕਹਿੰਦਾ ਦਬਾ ਦਬ 5 ਕਕਾਰ ਦੀ ਝੋਲੀ ਪਾ ਦਿਓ, ਅੱਗੋਂ ਇਹ ਜਾਣੇ ਇਹਦਾ ਕੰਮ ਜਾਣੇ, ਮੈਂ ਆਪਣਾ ਰਜਿਸਟਰ ਭਰ ਲਾਂਗਾ ਵੀ ਇੰਨੇ ਕੁ ਬੰਦਿਆਂ ਨੂੰ ਮੈਂ ਅੰਮ੍ਰਿਤਧਾਰੀ ਬਣਾ ਲਿਆ। ਦੋਵੇਂ ਵਰਗ ਗਲਤ ਨੇ, ਇਹਨੂੰ ਥੋੜਾ ਸਮਝ ਲਈ। ਜ਼ਮੀਨ ਦੇ ਵਿੱਚ ਬੀਜ ਪਾਣਾ ਹੋਵੇ, ਉਪਜ ਚੋਖੀ ਲੈਣੀ ਹੋਵੇ ਤੇ ਕਿਸੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਚਲੇ ਜਾਈਏ ਤੇ ਉੱਥੇ ਜਾ ਕੇ ਉਹਨਾਂ ਨੂੰ ਕਹੀਏ ਵੀ ਮੈਂ ਇਸ ਤਰ੍ਹਾਂ ਦਾ ਬੀਜ ਲਿਜਾਣਾ ਚਾਹੁੰਦਾ ਵਾਂ ਜਿਹਦੀ ਉਪਜ ਆਮ ਖੇਤਾਂ ਨਾਲੋਂ 2 ਗੁਣਾ ਹੋ ਜਾਏ। ਉਹ ਕਹਿੰਦੇ ਨੇ ਹੈਗੇ ਸਾਡੇ ਕੋਲ ਬੀਜ ਐਸੇ। ਵਿਧੀਵਤ ਢੰਗ ਨਾਲ ਸਿਸਟੇਮੈਟਿਕਲੀ ਢੰਗ ਨਾਲ ਜ਼ਮੀਨ ਨੂੰ ਵਾਹਣਾ ਪਏਗਾ, ਸਾਡੇ ਕਹੇ ਮੁਤਾਬਕ ਉਸ ਵੱਤਰ ਵਿੱਚ ਬੀਜ ਪਾਣਾ ਪਏਗਾ। ਬੀਜ ਦੀ ਮਾਤਰਾ, ਦਵਾਈ ਦੀ ਮਾਤਰਾ, ਖਾਦ ਦੀ ਮਾਤਰਾ ਸਾਡੇ ਮੁਤਾਬਕ ਪਾਓਗੇ ਤੇ ਜਿੰਨੀ ਉਪਜ ਅਸੀਂ ਕਹਿੰਦੇ ਆ ਓਨੀ ਉਪਜ ਖੇਤ ਤੁਹਾਨੂੰ ਦੇਗਾ। ਬੀਜ ਵੀ ਉੱਤਮ ਕਿਸਮ ਦਾ ਲੈ ਆਂਦਾ, ਉਹਨੂੰ ਲਿਆ ਕੇ ਘਰ ਰੱਖ ਲਿਆ, ਦਵਾਈ ਵੀ ਰੱਖ ਲਈ, ਖਾਦ ਵੀ ਰੱਖ ਲਈ, ਤੇ ਹੁਣ ਇਹਨਾਂ ਨੇ ਜ਼ਮੀਨ ਵਾਹਣੀ ਸ਼ੁਰੂ ਕਰ ਦਿੱਤੀ। ਜ਼ਮੀਨ ਵਾਹੀ ਜਾਂਦਾ, ਲੋਕਾਂ ਨੇ ਬੀਜ ਖੇਤਾਂ ਵਿੱਚ ਪਾ ਲਏ ਨੇ, ਅੰਕੁਰ ਫੁੱਟ ਪਏ, ਧਰਤੀ ਦੀ ਛਾਤੀ ਪਾੜ ਕੇ ਬੀਜ ਬਾਹਰ ਨਿਕਲ ਆਏ, ਇਹ ਝੱਲਾ ਅਜੇ ਜ਼ਮੀਨ ਵਾਹੀ ਜਾਂਦਾ। ਬਿਲਕੁਲ ਸੜਕ ਦੇ ਨਾਲ ਜ਼ਮੀਨ ਆਉਣ ਜਾਣ ਵਾਲੇ ਪੁੱਛਦੇ ਨੇ ਵੀ ਹੁਣ ਤੇ 10-15 ਸੀ ਸੁਹਾਗੇ ਤੂੰ ਕਰ ਚੁੱਕਾ, ਹੁਣ 20 ਪਾ ਦੇ। ਉਹ ਕਹਿੰਦਾ ਵੀ ਨਹੀਂ, ਇਹਨੂੰ ਅਜੇ ਵਾਹੀ ਤੁਰੇ ਜਾਣਾ ਹੈ, ਵਾਹੀ ਤੁਰੇ ਜਾਣਾ ਹੈ। ਜਦੋਂ ਵਾਹ ਕੇ ਇਹਦੀ ਬੱਸ ਕਰਾ ਦਿੱਤੀ ਉਦੋਂ ਇਹਦੇ ਵਿੱਚ ਮੈਂ ਬੀਜ ਪਾਣਾ। ਤੇ ਸਿਆਣਾ ਕਿਸਾਨ ਹੱਸਦਾ, ਮੂਰਖਾ ਸੀਜ਼ਨ ਲੰਘ ਗਿਆ ਤੇ ਤੇਰੇ ਵਾਹਣ ਦਾ ਕੀ ਫਾਇਦਾ, ਆਖਰ ਬੀਜ ਪਾਣ ਦਾ ਵੀ ਇੱਕ ਸੀਜ਼ਨ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਅਨ ਰੁੱਤ ਨਾਹੀ ਮਤ ਭਰਮ ਭੁੱਲੋ। ਜੇ ਸੀਜ਼ਨ ਲੰਘ ਜਾਏ, ਬੀਜ ਜਿੰਨਾ ਮਰਜੀ ਉੱਤਮ ਕਿਸਮ ਦਾ ਹੋਵੇ, ਖਿਆਲ ਕਰਨਾ, ਜ਼ਮੀਨ ਜਿੰਨੀ ਮਰਜੀ ਵਾਹੀ ਹੋਵੇ, ਖਾਦ ਜਿੰਨੀ ਮਰਜੀ ਵਧੀਆ ਪਾਈ ਹੋਵੇ, ਦਵਾਈਆਂ ਉੱਤਮ ਕਿਸਮ ਦੀਆਂ ਦੀ ਵਰਤੋਂ ਕੀਤੀ ਹੋਵੇ, ਜੇ ਸੀਜ਼ਨ ਲੰਘ ਜਾਏ
ਤੇ ਉਹ ਸਾਰੀ ਮਿਹਨਤ ਮਸ਼ੱਕਤ ਦਾ ਕੋਈ ਲਾਭ ਨਹੀਂ। ਇੱਕ ਵਰਗ ਉਹ ਹੈ, ਉਹ ਕਹਿੰਦਾ ਵੀ ਅਸੀਂ ਜ਼ਮੀਨ ਵਾਹੀ ਜਾਣੀ ਹੈ, ਅਸੀਂ ਤਿਆਰੀ ਕਰੀ ਜਾਣੀ ਹੈ ਕਣਕ ਬੀਜਣ ਦੀ। ਉਹ ਵਰਗ ਹੈ ਜਿਹੜਾ ਕਹਿੰਦਾ ਵੀ ਅਸੀਂ ਆਪਣੇ ਆਪ ਨੂੰ ਸਵਾਰ ਰਹੇ ਹਾਂ, ਜਦੋਂ ਅਸੀਂ ਐਨ ਸੌਰ ਜਾਾਂਗੇ ਉਦੋਂ ਅੰਮ੍ਰਿਤ ਛਕਾਂਗੇ। ਦੂਜਾ ਸੱਜਣ ਉਹ ਹੈ ਵੀ 6 ਮਹੀਨੇ ਬਾਅਦ ਝੋਲਾ ਹੱਥ 'ਚ ਫੜ ਕੇ ਉੱਥੇ ਯੂਨੀਵਰਸਿਟੀ ਪਹੁੰਚ ਗਿਆ। ਤੁਸੀਂ ਤੇ ਕਹਿੰਦੇ ਸੋ 60-70 ਮਣ ਕਿੱਲੇ ਚੋਂ ਨਿਕਲੇਗੀ, ਉਹਦੇ ਚੋਂ ਤੇ 2 ਮਣ ਕਣਕ ਵੀ ਨਹੀਂ ਨਿਕਲੀ। ਉਹ ਕਹਿਣ ਲੱਗੇ ਵੀ ਕੀਤਾ ਕੀ ਸੀ? ਕਹਿਣ ਲੱਗੇ ਤੁਹਾਡੇ ਕੋਲੋਂ ਬੀਜ ਲਿਜਾ ਕੇ ਪਾਇਆ। ਉਹ ਸਰਵਾ ਕਰਨ ਲਈ ਨਾਲ ਪਹੁੰਚ ਗਏ। ਜਦੋਂ ਉੱਥੇ ਗਏ ਤੇ ਬੰਦੇ ਦੇ ਮੋਢੇ ਤੱਕ ਸਰਕੜਾ ਖੜਾ ਉਹਦੇ 'ਚ। ਕਹਿੰਦੇ ਬੀਜ ਕਿਵੇਂ ਪਾਇਆ ਸੀ? ਕਹਿੰਦੇ ਬਸ ਬੀਜ ਲਿਆਂਦਾ, ਝੋਲੀ ਬੰਨੀ ਤੇ ਖਿਲਾਰ ਦਿੱਤਾ। ਉਹ ਕਹਿਣ ਲੱਗੇ ਜ਼ਮੀਨ ਵਾਹੀ ਸੀ, ਵੱਤਰ ਵੇਖਿਆ ਸੀ? ਕਹਿਣ ਲੱਗੇ ਕੁਛ ਨਹੀਂ ਕੀਤਾ, ਮੈਂ ਇੱਕ ਸਿਆੜ ਵੀ ਨਹੀਂ ਕੱਢਿਆ ਜ਼ਮੀਨ ਵਿੱਚ, ਇੱਕ ਬੂਟ ਵੀ ਪੁੱਟ ਕੇ ਮੈਂ ਵੱਟ ਤੇ ਨਹੀਂ ਸੁੱਟਿਆ। ਮੈਂ ਸੋਚਿਆ ਏਡੀ ਵਧੀਆ ਕਿਸਮ ਦਾ ਬੀਜ ਹੈ, ਇਹਦੇ ਵਾਸਤੇ ਜ਼ਮੀਨ ਵਾਹਣ ਦੀ ਕੀ ਜ਼ਰੂਰਤ ਹੈ? ਉਹ ਤੇ ਘਟੀਆ ਬੀਜ ਹੋਣ ਤੇ ਜ਼ਮੀਨ ਵਾਹਣੀ ਪੈਂਦੀ ਹੈ। ਐਡਾ ਵਧੀਆ ਬੀਜ ਹੈ, ਇਹ ਬਿਨਾਂ ਵਾਹੀ ਜ਼ਮੀਨ ਵਿੱਚ, ਬਿਨਾਂ ਵੱਤਰ ਜ਼ਮੀਨ ਵਿੱਚ, ਬਿਨਾਂ ਮੌਸਮ ਦੇ ਵੀ ਉੱਗ ਪਏਗਾ। ਇੱਕ ਉਹ ਵਰਗ ਹੈ ਜਿਹੜਾ ਕਹਿੰਦਾ ਹੈ ਹਿਰਦੇ ਰੂਪੀ ਜ਼ਮੀਨ ਨੂੰ ਤਿਆਰ ਕਰਨ ਦੀ ਕੋਈ ਜ਼ਰੂਰਤ ਨਹੀਂ, ਬੀ ਪਾ ਦਿਓ, ਕੋਈ ਸ਼ੱਕ ਨਹੀਂ ਵੀ ਦਸ਼ਮੇਸ਼ ਦਾ ਇਹ ਬੀ ਬੜੀ ਉੱਤਮ ਕਿਸਮ ਦਾ, ਇਹਦੀ ਆਊਟਪੁੱਟ ਬਹੁਤ ਆਲਾ ਹੈ। ਪਰ ਜੇ ਜ਼ਮੀਨ ਬਿਲਕੁਲ ਹੀ ਤਿਆਰ ਨਹੀਂ ਤੇ ਭਲਾ ਦਸ਼ਮੇਸ਼ ਦਾ ਬੀਜ ਵੀ ਸਾਡਾ ਕੀ ਸਵਾਰ ਸਕਦਾ ਹੈ? ਇਸ ਵਾਸਤੇ ਜ਼ਰੂਰੀ ਹੈ ਵੀ ਥੋੜੀ ਬਹੁਤੀ ਸਾਡੀ ਮੈਂਟਲੀ ਤਿਆਰੀ ਵੀ ਹੋਵੇ, ਤੇ ਇਹ ਵੀ ਜ਼ਰੂਰੀ ਹੈ ਵੀ ਅਸੀਂ ਮਾਤਰ ਤਿਆਰੀ ਵਿੱਚ ਹੀ ਰੁੱਝੇ ਆਪਣਾ ਜੀਵਨ ਨਾ ਗਵਾ ਦਈਏ, ਕਿਉਂਕਿ ਪਤਾ ਕੋਈ ਨਹੀਂਗਾ ਵੀ ਕੱਲ ਆਵੇ ਕਿ ਨਾ ਆਵੇ। ਕੱਲ ਦੀ ਗੱਲ ਨਹੀਂ, ਇੱਥੇ ਤੇ ਇਹ ਵੀ ਕੋਈ ਪਤਾ ਨਹੀਂ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਦਸ਼ਮੇਸ਼ ਪਿਤਾ ਨੇ ਮੇਰੀ ਜਾਚੇ, ਜਿਹੜੇ ਆਪ ਅੰਮ੍ਰਿਤ ਦੇ ਦਾਤੇ ਨੇ, ਤੁਸੀਂ ਸਮਝਦੇ ਹੋ ਵੀ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਜ਼ਰੂਰਤ ਸੀ। ਆਪ ਅੰਮ੍ਰਿਤ ਦਾ ਦਾਤਾ ਅੰਮ੍ਰਿਤ ਛਕਦਾ ਹੈ। ਜਿਹੜੀ ਮੈਨੂੰ ਸਮਝ ਆਈ ਨਾ, ਜਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਮੈਦਾਨੇ ਜੰਗ ਵਿੱਚ ਸ਼ਹੀਦ ਕਰਾਇਆ, ਮਨੁੱਖ ਦੀ ਫਿਤਰਤ ਹੈ ਵੀ ਇਹ ਪੋਜ਼ਿਟਿਵ 1 ਜਾਂ 2% ਸੋਚਦਾ, 98-99% ਇਹ ਨੈਗੇਟਿਵ ਸੋਚਦਾ ਹੈ। ਇਹਨੇ ਕਹਿ ਦੇਣਾ ਸੀ ਵੀ ਆਪਣੇ ਪੁੱਤਰ ਤੇ ਬਚਾ ਕੇ ਉੱਥੋਂ ਦੌੜ ਗਿਆ, ਲੋਕਾਂ ਦੇ ਬਗਾਨੇ ਪੁੱਤਰ ਮੈਦਾਨੇ ਜੰਗ ਵਿੱਚ ਮਰਵਾ ਦਿੱਤੇ, ਲੋਕਾਂ ਨੂੰ ਅੰਮ੍ਰਿਤ ਛਕਾ ਦਿੱਤਾ, ਆਪ ਅੰਮ੍ਰਿਤ ਛਕਿਆ ਸਾਸੂ। ਹੁਣ ਕੋਈ ਗੈਰ ਅੰਮ੍ਰਿਤ ਧਾਰੀਆ ਤੁਹਾਨੂੰ ਸਟੇਜ ਤੇ ਬਹਿ ਕੇ ਕਵੇ ਅੰਮ੍ਰਿਤ ਛਕੋ, ਤੁਸੀਂ ਕਹੋਗੇ ਪਹਿਲਾਂ ਆਪ ਤੇ ਛਕ ਲੈ, ਫਿਰ ਸਾਨੂੰ ਵੀ ਛਕਾ ਲਈ। ਜੇ ਸਧਾਰਨ ਵਿਅਕਤੀ ਨੂੰ ਮਨੁੱਖ ਇੰਨੀ ਗੱਲ ਕਹਿ ਸਕਦਾ ਹੈ, ਮੇਰੀ ਆਪਣੀ ਸੋਚ ਸਮਝ ਹੈ, ਲੋਕਾਂ ਨੇ ਦਸ਼ਮੇਸ਼ ਨੂੰ ਵੀ ਕਹਿਣਾ ਸੀ ਤੂੰ ਕਿਹੜਾ ਅੰਮ੍ਰਿਤ ਛਕਿਆ, ਸਾਨੂੰ ਅੰਮ੍ਰਿਤ ਛਕਣ ਲਈ ਪ੍ਰੇਰਨਾ। ਇਸ ਵਾਸਤੇ ਸਾਨੂੰ ਸਿੱਧੇ ਰਾਹ ਤੇ ਲਿਆਉਣ ਲਈ, ਵੈਸੇ ਅੰਮ੍ਰਿਤ ਦਾਤੇ ਨੂੰ ਅੰਮ੍ਰਿਤ ਦੀ ਕੋਈ ਜ਼ਰੂਰਤ ਨਹੀਂ, ਉਹ ਤੇ ਆਪ ਅੰਮ੍ਰਿਤ ਦੇ ਦਾਤੇ ਨੇ। ਉਹ ਤੇ ਆਪ ਵੈ ਪ੍ਰਗਟਿਓ ਪੁਰਖ, ਕਿਹੜਾ? ਭਗਵੰਤ ਰੂਪ, ਭਗਵੰਤ ਰੂਪ। ਆਪ ਕਰਤਾਰ ਦਾ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਕਾਸ਼ ਧਾਰਦੇ ਨੇ ਸੰਸਾਰ ਦੇ ਉੱਤੇ, ਸੰਸਾਰ ਦਾ, ਮਨੁੱਖਤਾ ਦਾ ਭਲਾ ਕਰਨ ਵਾਸਤੇ, ਸਿਰਫ ਸਾਡੇ ਇਸ ਤਰਕ ਨੂੰ ਕੰਡੈਮ ਕਰਨ ਵਾਸਤੇ ਵੀ ਜੇ ਗੁਰੂ ਗੋਬਿੰਦ ਸਿੰਘ ਨੇ ਆਪ ਨਹੀਂ ਅੰਮ੍ਰਿਤ ਛਕਿਆ ਤੇ ਉਹ ਵੀ ਭਵਸਾਗਰ ਤੋਂ ਪਾਰ ਹੋਏ ਹੋਣਗੇ, ਅਸੀਂ ਵੀ ਹੋ ਜਾਾਂਗੇ। ਸਾਡੀ ਇਸ ਗੱਲ ਨੂੰ ਪਹਿਲੋਂ ਤੋਂ ਅੰਤਰਜਾਮੀ ਸਤਿਗੁਰੂ ਜਾਣਦੇ, ਸਾਡਾ ਭਲਾ ਕਰਨ ਵਾਸਤੇ ਉਹਨਾਂ ਬੋ ਕੱਢ ਕੇ ਅੰਮ੍ਰਿਤ ਦੀ ਦਾਤ ਲੈ ਲਈ ਵੀ ਕੱਲ ਨੂੰ ਕੋਈ ਤਰਕ ਨਾ ਕਰੇ। ਗੁਰਮਤਿ ਕਹਿੰਦੀ ਏ ਉਪਦੇਸ਼ ਜ਼ਰੂਰੀ ਏ, ਅੰਮ੍ਰਿਤ ਛਕਣਾ ਜ਼ਰੂਰੀ ਏ। ਉਂਝ ਤੇ ਗੁਰਮਤਿ ਵਿੱਚ ਬੇਅੰਤ ਐਸੇ ਬਚਨ ਨੇ, ਪਰ ਇੱਕ ਬਚਨ ਸ਼੍ਰੀਮਾਨ ਭਾਈ ਗੁਰਦਾਸ ਜੀ ਦੀਆਂ ਪੰਜਾਬੀ ਵਾਰਾਂ ਵਿੱਚੋਂ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ, ਟੁੰਬਣ ਵਾਸਤੇ ਮੈਂ ਸੰਗਤ ਨਾਲ ਸਾਂਝਾ ਕਰਨਾ ਉਹਨਾਂ, ਮੈਨੂੰ ਬੜਾ ਉਹ ਪ੍ਰੀਤਕਾਰ ਲੱਗਦਾ ਹੈ। ਭਾਈ ਜੀ ਕਹਿੰਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਵਾਲੇ ਬਣਨ ਦੀ ਜਦੋਂ ਪ੍ਰੇਰਨਾ ਕਰਦੇ ਨੇ, ਉਂਝ ਤੇ ਬੇਅੰਤ ਬਚਨ ਨੇ ਉਹਨਾਂ ਦੇ। ਉਹ ਕਹਿੰਦੇ ਨੇ ਵੀ ਮਾਂ ਪ੍ਰਸੂਤ ਦੀ ਪੀੜ ਨੂੰ ਸਹਿੰਦੀ ਏ ਇੱਕ ਮਨ ਵਿੱਚ ਆਸ ਉਮੀਦ ਲੈ ਕੇ, ਕਿਉਂਕਿ ਜਿਸ ਸਰਜ਼ਮੀਨ ਦੇ ਉੱਤੇ ਹਜ਼ੂਰ ਦਸਾਂ ਪਾਤਸ਼ਾਹੀਆਂ ਦੇ ਪ੍ਰਕਾਸ਼ ਹੋਏ ਉਹ ਪੁਰਸ਼ ਪ੍ਰਧਾਨ ਸਮਾਜ ਹੈ, ਤੇ ਪੁਰਸ਼ ਪ੍ਰਧਾਨ ਸਮਾਜ ਦੇ ਵਿੱਚ ਗੱਲ ਸਮਝਣ ਵਾਸਤੇ ਹਜ਼ੂਰ ਨੇ ਉੱਥੇ ਉਸੇ ਤਰ੍ਹਾਂ ਦੇ ਦ੍ਰਿਸ਼ਟਾਂਤ ਤੇ ਐਗਜ਼ਾਮਪਲਸ ਦਿੱਤੀਆਂ। ਕਹਿਣ ਲੱਗੇ ਮਾਂ ਜਦੋਂ ਆਪਣੇ ਗਰਭ ਦੀ ਦੇਖ ਰੇਖ ਕਰਦੀ ਏ ਤੇ ਉਮੀਦ ਉਹਨੂੰ ਇਹ ਹੁੰਦੀ ਹੈ ਵੀ ਘਰ ਵਿੱਚ ਪੁੱਤਰ ਜਨਮ ਲਵੇ। ਅੱਜ ਵੀ ਭਾਵੇਂ ਅਸੀਂ ਯੂਰਪ 'ਚ ਬੈਠੇ ਆ, ਦੂਰ ਦਰਾਜ 7 ਸਮੁੰਦਰ ਪਾਰ ਬੈਠੇ ਆ, ਸਾਡਾ ਕਲਚਰ ਇਸ ਤਰ੍ਹਾਂ ਦਾ ਹੈ ਵੀ ਇੱਕ ਔਰਤ ਹੋ ਕੇ ਵੀ ਉਹ ਇਹ ਨਹੀਂ ਭਾਲਦੀ ਵੀ ਮੇਰੇ ਘਰ ਔਰਤ ਜਨਮ ਲਵੇ, ਮਰਦ ਜਨਮ ਲਵੇ। ਐਸੇ ਸਾਡੇ ਸੰਸਕਾਰ ਬਣ ਚੁੱਕੇ ਨੇ, ਕਿਉਂਕਿ ਉਹ ਸਾਡੇ ਉੱਤੇ ਉਥੋਂ ਦੇ ਕਲਚਰ ਦਾ ਅਸਰ ਹੈ। ਹੋਰ ਗੁਰਮਤਿ ਵਿੱਚ ਧੀ ਪੁੱਤਰ ਦਾ ਵਖਰੇਵਾ ਨਹੀਂ। ਤੇ ਭਾਈ ਜੀ ਨੇ ਕੇਵਲ ਸਮਝਣ ਲਈ ਕਿਹਾ, ਕਹਿੰਦੇ ਨੇ ਮਾਂ ਕਹਿੰਦੀ ਏ ਪੁੱਤਰ ਜਨਮ ਲਵੇ, ਜਿਵੇਂ ਹਜ਼ੂਰ ਅੰਮ੍ਰਿਤ ਬਾਣੀ ਵਿੱਚ ਵੀ ਕਹਿੰਦੇ, ਜਿਉ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਲਿਆਏ ਕਰ ਭੋਗ ਬਲਾਸਾ। ਪੁੱਤਰ ਵੱਡਾ ਹੋਵੇ, ਧਨ ਖੱਟ ਕੇ ਲਿਆਵੇ, ਮੈਂ ਭੋਗ ਬਲਾਸ ਕਰਾਂ, ਭਾਵ ਮੈਂ ਉਹਨੂੰ ਭੋਗਾਂ, ਮੌਜ ਕਰਾਂ। ਪੁੱਤਰ ਕਮਾਈ ਕਰੇ, ਮੈਂ ਬਹਿ ਕੇ ਪੁੱਤਰ ਦੀ ਕਮਾਈ ਖਾਂ। ਤੇ ਐਸਾ ਹੁੰਦਾ ਹੈ ਅੱਜ ਵੀ, ਜੇ ਪੰਜਾਬੀ ਸੱਭਿਆਚਾਰ ਦੇ ਵਿੱਚ ਪੁੱਤਰ ਨੇ ਨਾਮਣਾ ਲੈਣਾ ਹੈ, ਜਸ ਖੱਟਣਾ ਹੈ, ਤੇ ਉਹਦਾ ਇਹੀ ਤਰੀਕਾ ਹੈ ਵੀ ਮਾਂ ਪਿਓ ਦੀ ਸੇਵਾ ਕਰੇ। ਮਾਂ ਪਿਓ ਬਵੇ ਬਿਰਧ ਅਵਸਥਾ ਹੈ, ਪੁੱਤਰ ਕਮਾ ਕੇ ਉਹਨਾਂ ਦੇ ਸਾਹਮਣੇ ਢੇਰੀ ਕਰੇ, ਲੈ ਬਾਪੂ ਆ ਕਮਾਏ ਨੇ। ਜੇ ਨਹੀਂ ਤੇ ਕਈ ਵਾਰ ਪਿਓ ਵੀ ਕਹਿ ਦਿੰਦਾ ਹੁੰਦਾ ਸੀ ਕਦੀ ਚੰਗਾ,
ਪਰ ਹੁਣ ਉਹ ਨਹੀਂ ਰਿਹਾ। ਮਾਂ ਵੀ ਕਹਿ ਦਿੰਦੀ ਹੁੰਦਾ ਸੀ ਕਦੀ ਚੰਗਾ, ਪਰ ਜਦੋਂ ਦੀ ਆਹ ਬਘਿਆੜੀ ਆਈ ਹੈ ਉਦੋਂ ਦਾ ਇਹ ਬਦਲ ਗਿਆ। ਐਸਾ ਹੁੰਦਾ ਹੈ ਕਿਉਂਕਿ ਗੱਲ ਚੋਂ ਠੀਕ ਰਿਆਂ ਦੀ। ਕਹਿਣ ਲੱਗੇ ਮਾਂ ਗਰਭ ਪਾਲਦੀ ਏ, ਘਰ ਪੁੱਤਰ ਜਨਮ ਲਵੇ, ਪੁੱਤਰ ਮੈਨੂੰ ਕਮਾ ਕੇ ਖੱਟ ਕੇ ਦੇ, ਤੇ ਜੇ ਪੁੱਤਰ ਨਾ ਅਹਿਲ ਹੋਵੇ, ਨਾ ਲਾਇਕ ਹੋਵੇ ਨਾ, ਤੇ ਸਾਡੇ ਸੱਭਿਆਚਾਰ ਵਿੱਚ ਇਹ ਵੀ ਕਹਿ ਦਿੰਦੇ ਨੇ ਵੀ ਨਲਾਇਕ ਪੁੱਤਰ ਨਾਲੋਂ ਧੀ ਚੰਗੀ। ਕਿਉਂ ਚੰਗੀ ਏ? ਕਹਿੰਦੇ ਨੇ ਵੀ ਧੀ ਨੂੰ ਕੰਨੋਂ ਫੜ ਕੇ ਜਿੱਧਰ ਤੋਰੀਏ ਵਿਚਾਰੀ ਤੁਰ ਜਾਂਦੀ ਏ, ਪਰਾਇਆ ਘਰ ਵਸਾਂਦੀ ਏ, ਡੋਲੀ ਵਿੱਚ ਬਾ ਕੇ ਤੋਰੀਦਾ ਤੇ ਉਸ ਘਰ ਵਿੱਚੋਂ ਉਹਦੀ ਅਰਥੀ ਉੱਠਦੀ ਏ, ਆਗਿਆਕਾਰੀ ਰਹਿੰਦੀ ਏ, ਜਿਸ ਘਰ ਵਿੱਚ ਵੀ ਰਹਿੰਦੀ ਏ ਆਗਿਆ ਦਾ ਪਾਲਨ ਕਰਦੀ। ਫਿਰ ਭਾਈ ਜੀ ਤੀਜੀ ਸਤਰ ਵਿੱਚ ਕਹਿੰਦੇ ਨੇ ਵੀ ਜੇ ਧੀ ਇਸ ਤਰ੍ਹਾਂ ਦੀ ਹੋਵੇ ਜਿਹੜੀ ਪਰੇ ਪੰਚਾਇਤ ਵਿੱਚ ਬਹਿਣ ਜੋਗਾ ਨਾ ਛੱਡੇ, ਪਿਓ ਦੀ ਪੱਗ ਚਾ ਉਧਾਲੇ, ਇਸ ਤਰ੍ਹਾਂ ਦੀ ਧੀ ਨਾਲੋਂ ਤੇ ਘਰ ਵਿੱਚ ਸਪਣੀ ਜੰਮ ਪਏ ਤੇ ਚੰਗੀ ਏ। ਸੈਂਸ ਇਹ ਵੇ ਵੀ ਸਾਡੇ ਪੰਜਾਬੀਆਂ ਅੰਦਰ ਇੱਕ ਇਹ ਵੀ ਗੱਲ ਏ ਵੀ ਹੱਡ ਸੁੱਚਾ ਹੋਵੇ ਨਾ, ਹੱਡ ਸੁੱਚਾ, ਰਿਸ਼ਤਾ ਨਾਤਾ ਕਰਨ ਲੱਗੇ ਕਹਿੰਦੇ ਫਲਾਣੇ ਘਰ ਦਾ ਰਿਸ਼ਤਾ ਲੈ ਲਓ, ਤੇ ਉਹ ਕਹਿੰਦੇ ਵੀ ਨਹੀਂ, ਉਹ ਕਹਿਣ ਲੱਗੇ ਵੀ ਉਹ ਤੇ ਮਹਾਰਾਜ ਬੜਾ ਸਹਿੰਦਾ ਪੈਂਦਾ ਘਰ ਏ, ਤੇ ਜਿਨ੍ਹਾਂ ਨੂੰ ਗੁਰੂ ਦੀ ਭੈ ਭਾਵਨੀ ਉਹ ਕਹਿੰਦੇ ਨੇ ਘਰ ਤੇ ਸਹਿੰਦਾ ਪੈਂਦਾ ਪਰ ਹੱਡ ਸੁੱਚਾ ਨਹੀਂ। ਹੱਡ ਸੁੱਚਾ ਨਹੀਂ ਤੇ ਨਾ ਸਹੀ, ਅੱਗੋਂ ਬੱਚੇ ਸੁੱਚੇ ਹੋ ਜਾਣਗੇ। ਉਹ ਕਹਿੰਦੇ ਐਸਾ ਸੰਭਵ ਨਹੀਂ। ਪਿਓ ਪਰ ਮਾਂ ਪਰ ਧੀ, ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ ਸੰਭਵ। ਮਾਂ ਦੇ ਉੱਤੇ ਧੀ ਦੇ ਜਾਣ ਦੀ ਆਸ ਏ, ਪਿਓ ਦੇ ਉੱਤੇ ਪੁੱਤਰ ਦੇ ਜਾਣ ਦੀ ਆਸ ਏ। ਇਸ ਕਰਕੇ ਸਾਡੇ ਸੱਭਿਆਚਾਰ ਵਿੱਚ ਇਹ ਵੀ ਕਹਿ ਦਿੰਦੇ ਧੀ ਇਸ ਤਰ੍ਹਾਂ ਦੀ ਹੋਵੇ ਪਰੇ ਪੰਚਾਇਤ ਵਿੱਚ ਬਹਿਣ ਜੋਗੀ ਨਾ ਛੱਡੇ, ਤੇ ਲੋਕ ਕਹਿੰਦੇ ਨੇ ਨਿੱਜ ਜੰਮਦੀ, ਇਹਦੇ ਘਰ ਤੇ ਸੱਪ ਜਨਮ ਲੈ ਲੈਂਦਾ ਤੇ ਚੰਗਾ ਸੀ। ਕਿਉਂ? ਕਿਉਂਕਿ ਸੱਪ ਆਪਣੇ ਬੱਚਿਆਂ ਨੂੰ ਆਪ ਹੀ ਖਾ ਜਾਂਦਾ, ਗੰਧ ਨਹੀਂ ਪੈਂਦਾ, ਤੇ ਉਹ ਜਿਹਦਾ ਹੱਡ ਸੁੱਚਾ ਨਹੀਂ ਉਹਦੇ ਅੱਗੋਂ ਔਲਾਦ ਵੀ ਉਸ ਤਰ੍ਹਾਂ ਦੇ ਹੋਣ ਦੀ ਆਸ ਹੈ। ਇਸ ਕਰਕੇ ਸਾਡੇ ਇਸ ਤਰ੍ਹਾਂ ਵੀ ਕਹਿ ਦਿੰਦੇ। ਤੇ ਭਾਈ ਗੁਰਦਾਸ ਜੀ ਕਹਿੰਦੇ ਮਾਂ ਗੱਭਣ ਜੀ ਜਾਣ ਦੀ, ਪੁੱਤ ਸਪੁੱਤ ਹੋਵੇ ਸੁਖਦਾਈ, ਕਪੁੱਤੋਂ ਧੀ ਚੰਗੇਰੜੀ, ਪਰ ਘਰ ਜਾਏ ਵਸਾਏ ਨਾ ਆਈ, ਉਤੀਓਂ ਸੱਪ ਸਕਾਰ ਥਾ, ਜਾਓ ਜਣੇਂਦੀ ਜਣ ਜਣ ਖਾਈ, ਮਾਂ ਡੈਣ ਧਨ ਧਨ ਹੈ, ਕਪਟੀ ਪੁੱਤ ਖਾਏ ਆਘਾਈ। ਅਗਲੀ ਸਤਰ ਵਿੱਚ ਕਹਿੰਦੇ ਨੇ ਬਾਹਮਣ ਗਾਈ ਖਾਏ ਸੱਪ। ਸੱਪ ਏਡਾ ਨਾ ਮੁਰਾਦ ਜਾਨਵਰ ਏ, ਏਡਾ ਨਾ ਮੁਰਾਦ ਜੀਵ ਏ ਵੀ ਸਾਡੇ ਉਥੋਂ ਦੇ ਮਾਹੌਲ ਦੇ ਅੰਦਰ ਸਨਾਤਨ ਧਰਮ ਦੇ ਵਿੱਚ ਦੋ ਚੀਜ਼ਾਂ ਦੀ ਪੂਜਾ ਹੁੰਦੀ ਏ। ਗਾਂ ਨੂੰ ਲੋਕ ਮਾਂ ਕਹਿੰਦੇ ਨੇ ਤੇ ਬਾਹਮਣ ਨੂੰ ਗੁਰੂ ਕਹਿੰਦੇ। ਦਸ਼ਮੇਸ਼ ਪਿਤਾ ਤੋਂ ਪਹਿਲਾਂ ਜਦੋਂ ਪਹਿਲੇ ਜਾਮੇ ਵਿੱਚ ਹਜ਼ੂਰ ਵਿਚਰੇ, ਉਥੇ ਇੱਕ ਗਾਂ ਤੇ ਬ੍ਰਾਹਮਣ ਦੀ ਬੜੀ ਪ੍ਰੀਤਕਰ ਕਥਾ ਹੈ, ਜਿਹਨੂੰ ਹਜ਼ੂਰ ਨੇ ਆਸਾ ਕੀ ਵਾਰ ਵਿੱਚ ਵੀ ਨਿਰੂਪਣ ਕੀਤਾ ਹੈ। ਹਜ਼ੂਰ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚ ਮਹਾਕਵੀ ਸੰਤੋਖ ਸਿੰਘ ਨੇ ਉਸ ਸ਼ਬਦ ਨੂੰ ਨਿਰੂਪਣ ਕੀਤਾ ਹੈ ਨਾਨਕ ਪ੍ਰਕਾਸ਼ ਵਿੱਚ। ਗੁਰੂ ਨਾਨਕ ਸਾਹਿਬ ਵੇਈ ਨਦੀ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਕਰ ਰਹੇ ਸਨ। ਇਸ਼ਨਾਨ ਕਰਕੇ ਬਾਹਰ ਨਿਕਲੇ, ਭਾਈ ਮਰਦਾਨਾ ਜੀ ਕੋਲ ਖੜੇ ਨੇ, ਕੱਪੜੇ ਬੁੱਕਲ ਵਿੱਚ ਲੈ ਕੇ ਹਜ਼ੂਰ ਨੇ ਵਸਤਰ ਪਾਏ, ਤੇ ਪਰਸਪਰ ਝਗੜੇ ਦੀ ਉੱਚੀ ਉੱਚੀ ਸ਼ੋਰ ਸ਼ਰਾਬੇ ਦੀ ਆਵਾਜ਼ ਆਵੇ। ਗੁਰੂ ਨਾਨਕ ਸਾਹਿਬ ਮਹਾਰਾਜ ਵਸਤਰ ਪਾ ਕੇ ਕਹਿੰਦੇ ਨੇ ਮਰਦਾਨੇ, ਇੰਜ ਲੱਗਦਾ ਹੈ ਜਿਵੇਂ ਕੋਈ ਝਗੜ ਰਿਹਾ ਹੈ ਤੇ ਕਾਫੀ ਤਲਖੀ ਵਿੱਚ ਆ ਕੇ ਝਗੜ ਰਿਹਾ ਹੁੰਦਾ ਹੈ। ਕਹਿਣ ਲੱਗਾ ਹਾਂ ਮਹਾਰਾਜ ਮੈਂ ਤੇ ਕਦੇ ਦਾ ਸੁਣ ਰਿਹਾ। ਮਹਾਰਾਜ ਕਹਿਣ ਲੱਗੇ ਕੌਣ ਹੈ? ਕਹਿਣ ਲੱਗੇ ਮਹਾਰਾਜ ਆ ਪੁਲ ਦੇ ਉੱਤੇ ਚੁੰਗੀ ਵਾਲਾ ਬੈਠਾ ਹੈ ਨਾ, ਕੋਈ ਲੰਘਦਾ ਹੋਣਾ ਹੈ, ਉਹ ਚੁੰਗੀ ਮੰਗਦਾ ਹੋਣਾ ਹੈ, ਉਹ ਦਿੰਦਾ ਨਹੀਂ ਹੋਣਾ, ਉਹਨਾਂ ਦਾ ਝਗੜਾ ਹੋ ਗਿਆ। ਗਏ ਹਜ਼ੂਰ ਉੱਥੇ ਗਏ, ਜਾ ਕੇ ਤੱਕਿਆ, ਜਿਹੜਾ ਸੱਜਣ ਚੁੰਗੀ ਤੇ ਬੈਠਾ ਹੈ ਉਹ ਮੂਲ ਰੂਪ ਵਿੱਚ ਖੱਤਰੀ ਹੈ। ਚਾਰ ਵਰਗ ਨੇ, ਖੱਤਰੀ ਬ੍ਰਾਹਮਣ ਸੂਦ ਵੈਸ, ਉਹ ਖੱਤਰੀ। ਤੇ ਜਿਹੜੇ ਨਾਲ ਝਗੜਾ ਕਰ ਰਿਹਾ ਉਹ ਬ੍ਰਾਹਮਣ ਹੈ, ਉਹਦੇ ਹੱਥ ਵਿੱਚ ਗਾਂ ਦਾ ਸੰਗਲ ਹੈ। ਗਾਂ ਤੇ ਬ੍ਰਾਹਮਣ ਲੰਘਣਾ ਚਾਹੁੰਦੇ ਨੇ ਪੁਲ ਤੋਂ, ਖੱਤਰੀ ਉਹਨਾਂ ਨੂੰ ਲੰਘਣ ਨਹੀਂ ਦਿੰਦਾ। ਉਹ ਕਹਿੰਦਾ ਟੈਕਸ ਦਿਓ, ਤੁਸੀਂ ਸਿਆਣੇ ਬੈਠੇ ਹੋ। ਮੁਗਲ ਸਾਮਰਾਜ ਦੇ ਵੇਲੇ ਗਾਂ ਤੇ ਬ੍ਰਾਹਮਣ ਦੇ ਉੱਤੇ ਟੈਕਸ 2 ਗੁਣਾ ਕਰ ਦਿੱਤਾ ਗਿਆ ਤੇ ਮੁਸਲਮਾਨਾਂ ਦਾ ਟੈਕਸ ਅੱਧਾ ਕਰ ਦਿੱਤਾ ਗਿਆ, ਤਾਂ ਕਿ ਲੋਕ ਇਸਲਾਮੀ ਦਾਇਰੇ ਵਿੱਚ ਧੜਾ ਧੜ ਆਉਣ। ਕਹਿੰਦੇ ਨੇ ਉੱਥੇ ਹਜ਼ੂਰ ਜਾ ਕੇ ਕਹਿਣ ਲੱਗੇ ਵੀ ਮਾਜਰਾ ਕੀ? ਆਖਣਗੇ ਜੀ ਮਾਜਰਾ ਇਹ ਵੇ ਬਈ ਮੈਂ ਟੈਕਸ ਮੰਗਣਾ ਵਾ, ਹਕੂਮਤ ਦਾ ਮੈਂ ਮੁਲਾਜ਼ਮ ਆ, ਇਹ ਟੈਕਸ ਨਹੀਂ ਦਿੰਦੇ, ਮੈਂ ਲੰਘਣ ਨਹੀਂ ਦਿੰਦਾ। ਮਹਾਰਾਜ ਕਹਿਣ ਲੱਗੇ ਜੇ ਗੁੱਸਾ ਨਾ ਕਰੋ ਤੇ ਇੱਕ ਗੱਲ ਪੁੱਛਾਂ। ਕਹਿਣ ਲੱਗੇ ਪੁੱਛੋ। ਆਖਣ ਲੱਗੇ ਤੁਸੀਂ ਇਸਲਾਮੀ ਹੋ? ਆਖਣ ਲੱਗਾ ਨਹੀਂ ਮਹਾਰਾਜ ਮੈਂ ਖੱਤਰੀ ਆ, ਮੈਂ ਸੁਣਿਆ ਤੁਸੀਂ ਵੀ ਬੇਦੀ ਖੱਤਰੀ ਹੋ। ਮਹਾਰਾਜ ਕਹਿਣ ਲੱਗੇ ਤੁਸੀਂ ਠੀਕ ਸੁਣਿਆ, ਤੇ ਤੂੰ ਖੱਤਰੀ ਹੈ? ਆਖਣ ਲੱਗਾ ਹਾਂ ਮਹਾਰਾਜ ਮੈਂ ਖੱਤਰੀ ਆ। ਕਹਿਣ ਲੱਗੇ ਫਿਰ ਤੂੰ ਮੰਨਣਾ ਕਿਹਨੂੰ ਹੈ? ਆਖਣ ਲੱਗਾ ਜੀ ਵੇਦ ਸਿਮਰਤੀਆਂ ਸ਼ਾਸਤਰ ਬ੍ਰਾਹਮਣ ਗਾਂ ਮੈਂ ਸਾਰਿਆਂ ਦਾ ਮਾਨ ਕਰਨਾ ਵਾ। ਤੇ ਮਹਾਰਾਜ ਕਹਿਣ ਲੱਗੇ ਭੋਲਿਆ ਤੂੰ ਖਾਕ ਮਾਨ ਕਰਨਾ ਹੈ? ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ। ਆ ਗਾਂ ਨੂੰ ਵੀ ਟੈਕਸ ਲਾ ਰਿਹਾ ਹੈ, ਬ੍ਰਾਹਮਣ ਨੂੰ ਵੀ ਟੈਕਸ ਲਾ ਰਿਹਾ ਹੈ, ਤੇ ਇਸੇ ਗਾਂ ਦੇ ਗੋਬਰ ਨਾਲ ਤੂੰ ਕਹਿਣਾ ਮੈਂ ਭਵਸਾਗਰ ਤੋਂ ਪਾਰ ਉਤਰ ਜਾਗਾ। ਕਿਵੇਂ ਦਾ ਤੂੰ ਹਿੰਦੂ ਹੈ? ਗਊ ਬ੍ਰਾਹਮਣ ਕੋ ਕਰ ਲਾਵੋ, ਇਹਦੇ ਗੋਬਰ ਨਾਲ ਪਾਰ ਨਹੀਂ ਹੋਇਆ ਜਾਣਾ, ਗੋਬਰ ਤਰਨ ਨਾ ਜਾਈ। ਤੂੰ ਕੀ ਕਰਨਾ ਹੈ? ਮੈਂ ਦੇਖ ਰਿਹਾ ਤੂੰ ਮੱਥੇ ਤੇ ਟਿੱਕਾ ਵੀ ਲਾਇਆ, ਤੇੜ ਧੋਤੀ ਬੰਨੀ, ਧੋਤੀ ਟਿੱਕਾ ਤੇ ਗਲ ਵਿੱਚ ਜਪਮਾਲੀ, ਪਰ ਧਾਨ ਮਲੇਸ਼ਾਂ ਖਾਈ, ਮੁਸਲਮਾਨਾਂ ਤੋਂ ਤਨਖਾਹ ਲੈਣਾ ਹੈ ਤੇ ਆਪਣੀ ਹੀ ਜਾਤ ਦੇ ਲੋਕਾਂ ਨੂੰ ਤੂੰ ਖੁਆਰ ਕਰਨਾ। ਹਜ਼ੂਰ ਕਹਿੰਦੇ ਨਾ ਵੀ ਕੁਝ ਲੋਕ ਐਸੇ ਨੇ ਜਿਹੜੇ ਸਿੱਖੇ ਸਿਖਾਏ ਆਪਣੀ ਹੀ ਜਾਤ ਦਾ ਨੁਕਸਾਨ ਕਰਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਵਿੱਚ ਬੋਲ ਨੇ, ਉਹ ਕਹਿੰਦੇ ਨੇ ਵੀ ਸਿਕਦਾਰ ਬੰਦਾ ਹਿਰਨ ਤੇ ਬਾਜ਼
ਇਹ ਤਿੰਨ ਐਸੇ ਜੀਵ ਨੇ ਜਿਹੜੇ ਸਿੱਖ ਜਾਂਦੇ ਨੇ ਕਿਸੇ ਗੈਰ ਦੇ ਹੱਥਾਂ ਵਿੱਚ ਜਾ ਕੇ ਤੇ ਫਿਰ ਆਪਣਿਆਂ ਨੂੰ ਹੀ ਖੁਆਰ ਕਰਦੇ ਨੇ। ਸਿੱਖਿਆ ਹੋਇਆ ਬਾਜ਼ ਪਰਿੰਦਿਆਂ ਨੂੰ ਤੋੜ ਤੋੜ ਕੇ ਫਿਜ਼ਾਂ ਵਿੱਚ ਖਿਲਾਰ ਦਿੰਦਾ। ਸਿੱਖਿਆ ਹੋਇਆ ਹਿਰਨ ਪੂਰੀ ਹਿਰਨਾਂ ਦੀ ਡਾਰ ਨੂੰ ਸ਼ਿਕਾਰੀ ਦੇ ਕਾਬੂ ਕਰਾ ਦਿੰਦਾ ਤੇ ਸਿੱਖਿਆ ਹੋਇਆ ਬੰਦਾ ਕਈ ਵਾਰ ਆਪਣੀ ਹੀ ਉਮਤ ਨੂੰ ਡੋਬ ਵੀ ਦਿੰਦਾ ਹੈ ਚੌਂ ਠੀਕਰੀਆਂ ਦੇ ਬਦਲੇ। ਖੈਰ, ਮੈਂ ਬੇਨਤੀ ਕਰ ਰਿਹਾ ਸਾਂ, ਬਾਹਮਣ ਤੇ ਗਾਂ ਸਨਾਤਨ ਧਰਮ ਵਿੱਚ ਪੂਜਣ ਯੋਗ ਨੇ, ਪਰ ਕਹਿੰਦੇ ਨੇ ਇਹ ਇਤਨਾ ਕੁਰਖਤ ਜੀਵ ਹੈ। ਸੱਪ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਕੋਈ ਵਿਅਕਤੀ ਆਪਣੀ ਚੁਲੀ ਵਿੱਚ ਦੁੱਧ ਪਾ ਕੇ ਸੱਪ ਨੂੰ ਪਿਆਏ ਤੇ ਇੱਕ ਦਿਨ ਆਉਂਦਾ ਹੈ ਜਦੋਂ ਉਸੇ ਚੁਲੀ ਦੇ ਉੱਤੇ ਵੀ ਇਹ ਫਨ ਖਿਲਾਰ ਕੇ ਡੰਗ ਮਾਰ ਦਿੰਦਾ ਹੈ। ਕਹਿਣ ਲੱਗੇ, ਬਾਹਮਣ ਗਾਈ ਖਾਏ ਸੱਪ। ਸੱਪ ਹੋਰ ਕਿਸੇ ਨੂੰ ਤੇ ਮਾਫ ਕੀ ਕਰਨਾ ਹੈ। ਗਾਂ ਜਿਹਨੂੰ ਸਨਾਤਨੀਏ ਮਾਂ ਕਹਿੰਦੇ ਨੇ ਤੇ ਬਾਹਮਣ ਜਿਹਨੂੰ ਗੁਰੂ ਕਹਿੰਦੇ ਨੇ। ਬਾਬਾ ਕਬੀਰ ਜੀ ਦਾ ਬੋਲੇ, ਬਾਹਮਣ ਗੁਰੂ ਹੈ ਜਗਤ ਕਾ। ਇਹ ਗੱਲ ਵੱਖਰੀ ਹੈ ਵੀ ਤੁਹਾਡੇ ਵਰਗੇ ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੈ ਪੰਜ ਮੂਆ ਚਾਰੋਂ ਬੇਦੋਂ ਮਾਹੇ। ਇਸ ਕਰਕੇ ਸਾਡਾ ਗੁਰੂ ਨਹੀਂ। ਕਹਿਣ ਲੱਗੇ, ਬਾਹਮਣ ਗਾਈ ਖਾਏ ਸੱਪ। ਸੱਪ ਦੇ ਸਾਹਮਣੇ ਗਾਂ ਆ ਜਾਏ ਡੰਗ ਮਾਰੇਗਾ, ਸੱਪ ਦੇ ਸਾਹਮਣੇ ਬਾਹਮਣ ਆ ਜਾਏ ਡੰਗ ਮਾਰੇਗਾ, ਕੋਈ ਲਿਹਾਜ਼ ਨਹੀਂ। ਪਰ ਇੱਕ ਥਾਂ ਤੇ ਜਾ ਕੇ ਸੱਪ ਵੀ ਲਿਹਾਜ਼ ਕਰ ਦਿੰਦਾ। ਕੋਈ ਸਪੇਰਾ ਮੂੰਹ ਦੇ ਉੱਤੇ ਬੁੱਲਾਂ ਦੇ ਉੱਤੇ ਬੀਨ ਰੱਖ ਕੇ ਬੀਨ ਵਜਾਂਦਾ ਵਜਾਂਦਾ ਸੱਪ ਦੀ ਖੁੱਡ ਕੋਲ ਜਾਏ, ਇਹ ਫਿਰ ਬਾਹਰ ਨਿਕਲਦਾ, ਫਿਰ ਇਹ ਫਨ ਖਿਲਾਰ ਕੇ ਧਰਤੀ ਤੋਂ ਚੁੱਕ ਲੈਂਦਾ, ਫਿਰ ਮਸਤ ਹੋ ਕੇ ਗੁੱਗੇ ਪੀਰ ਦਾ ਮੰਤਰ ਸੁਣਦਾ। ਬੇਜ਼ਬਾਨ ਸੱਪ ਕਹਿੰਦਾ, ਉਹ ਬੀਨ ਵਜਾਉਣ ਵਾਲੇ ਆ, ਫੜ ਮੈਨੂੰ ਧੌਣ ਤੋਂ ਪਟਾਰੀ ਵਿੱਚ ਬੰਦ ਕਰ ਲਿਓ। ਕਹਿਣ ਲੱਗਾ, ਫਰੇਬ ਕਰਨਾ ਡੰਗ ਮਾਰੂ ਹੋਵੇਗਾ। ਕਹਿਣ ਲੱਗਾ, ਨਾ ਕਦਾਚਿਤ ਨਹੀਂ। ਆਖਣ ਲੱਗਾ, ਮੈਂ ਕਿਵੇਂ ਵਿਸ਼ਵਾਸ ਕਰਾਂ, ਮੈਂ ਤੇ ਸੁਣਿਆ ਵੀ ਸੱਪੈ ਦੁੱਧ ਪਿਆਈਐ ਵੇ ਮੁਖੋਂ ਸੱਟੈ। ਜਿਹੜਾ ਤੈਨੂੰ ਦੁੱਧ ਪਿਆਏ ਅੰਮ੍ਰਿਤ ਪਿਆਏ ਉਹਨੂੰ ਵੀ ਤੂੰ ਜ਼ਹਿਰ ਦੇਣਾ। ਕਹਿਣ ਲੱਗਾ, ਇਹ ਠੀਕ ਹੈ, ਮੈਂ ਅੰਮ੍ਰਿਤ ਦੇਣ ਵਾਲਿਆਂ ਨੂੰ ਵੀ ਜ਼ਹਿਰ ਦੇਣਾ, ਪਰ ਕਿਉਂਕਿ ਤੂੰ ਲਮਹੇ ਤੋਂ ਬਾਅਦ ਮੁੱਦਤਾਂ ਤੋਂ ਬਾਅਦ ਅੱਜ ਮੇਰੇ ਕੰਨਾਂ ਵਿੱਚ ਕਿਸੇ ਨੇ ਮੇਰੇ ਗੁਰੂ ਦਾ ਮੰਤਰ ਪਾਇਆ ਹੈ, ਮੇਰੇ ਕੋਲ ਦੇਣ ਲਈ ਕੁਝ ਨਹੀਂ, ਮੈਂ ਹੀ ਮੈਂ ਹਾਂ, ਮੈਨੂੰ ਪਟਾਰੀ 'ਚ ਬੰਦ ਕਰ ਲੈ। ਮੈਂ ਤੇਰੇ ਨਾਲ ਵਚਨ ਕਰਨਾ, ਤੈਨੂੰ ਤੇ ਡੰਗ ਕੀ ਮਾਰਨਾ, ਸ਼ਰੇ ਬਾਜ਼ਾਰ ਵਿੱਚ ਜਾ ਕੇ ਮੇਰਾ ਤਮਾਸ਼ਾ ਵਿਖਾਈ, ਮੈਂ ਕਿਸੇ ਤਮਾਸ਼ਬੀਨ ਨੂੰ ਵੀ ਡੰਗ ਨਹੀਂ ਮਾਰਾਂਗਾ। ਬਾਹਮਣ ਗਾਈ ਖਾਏ ਸੱਪ, ਪੜ ਗੁਰ ਮੰਤਰ ਪਵਾਏ ਪੜਾਈ। ਗੁਰੂ ਦਾ ਮੰਤਰ ਸੁਣ ਕੇ ਆਪਣੇ ਆਪ ਨੂੰ ਪਟਾਰੀ ਵਿੱਚ ਗ੍ਰਿਫਤਾਰ ਕਰਾ ਲੈਂਦਾ ਤੇ ਕਹਿਣ ਲੱਗੇ, ਨਗੁਰਿਆ ਤੂੰ ਤੇ ਪਤਾ ਨਹੀਂ ਗੁਰੂ ਦੇ ਕਿੰਨੇ ਕੁ ਸ਼ਬਦ ਸੁਣੇ ਨੇ, ਕਿੰਨੇ ਤਬਲੇ ਪਾਟ ਗਏ, ਕਿੰਨੀਆਂ ਢੋਲਕੀਆਂ ਪਾਟ ਗਈਆਂ, ਕਿੰਨੀਆਂ ਸਰੰਗੀਆਂ ਖਰਾਬ ਹੋ ਗਈਆਂ, ਕਿੰਨੇ ਕਥਾਵਾਚਕ ਵਿਚਾਰੇ ਚਲਾਣੇ ਕਰ ਗਏ ਕਥਾ ਸੁਣਾ ਕੇ, ਪਰ ਤੂੰ ਟਸ ਤੋਂ ਮਸ ਨਹੀਂ ਹੋਇਆ। ਨਗੁਰੇ ਤੁਲ ਨਾ ਹੋਰ ਕੋਈ ਸਿਰਜਨ ਹਾਰੇ ਸ੍ਰਿਸ਼ਟ ਉਪਾਈ। ਮਾਤਾ ਪਿਤਾ ਨਾ ਗੁਰ ਸ਼ਰਨਾਈ। ਨਾ ਮਾਂ ਦੇ ਆਖੇ ਲੱਗੇ, ਨਾ ਪਿਓ ਦੇ ਆਖੇ ਲੱਗੇ, ਹੋਰ ਤੇ ਹੋਰ ਤੂੰ ਗੁਰੂ ਦੇ ਆਖੇ ਵੀ ਨਹੀਂ ਲੱਗਦਾ। ਯਾਦ ਰੱਖ, ਸੰਸਾਰੀ ਪਾਣੀ ਤੋਂ ਤਰਨਾ ਹੋਵੇ ਤੇ ਤੂੰ ਉਹਨਾਂ ਦਾ ਵਿਸ਼ਵਾਸ ਕਰਨਾ ਜਿਹੜੇ ਆਪ ਤਰਨਾ ਜਾਣਦੇ ਨੇ, ਤੇ ਜੇ ਭੌਜਲ ਤੋਂ ਵੀ ਤਰਨਾ ਹੈ ਤੇ ਉਹਦਾ ਵਿਸ਼ਵਾਸ ਕਰ ਜਿਹੜਾ ਆਪ ਤਰਦਾ ਹੈ ਹੋਰਾਂ ਨੂੰ ਤਾਰਦਾ ਹੈ। ਭਾਵੇਂ ਮਨੁੱਖ ਕਿੰਨਾ ਤੇਜ਼ ਤਰਾਰ ਹੋਵੇ, ਕਿੰਨਾ ਸੁਚੇਤ ਹੋਵੇ, ਗੁਰੂ ਦਾ ਇਹ ਫੈਸਲਾ ਹੈ ਵੀ ਜਿਹੜਾ ਬੰਦਾ ਗੁਰੂ ਵਾਲਾ ਨਹੀਂ ਬਣਦਾ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉ ਸੁਣੈ ਅੰਦਰ ਖੇਤ। ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ, ਫਲੀਐ ਫੁਲੀਐ ਬਪੜੇ ਭੀ ਤਨ ਵਿੱਚ। ਗੁਰੂ ਵਾਲੇ ਤਿਲਾਂ ਦੀ ਖੇਤੀ ਵਰਗੇ ਨੇ ਤੇ ਨਗੁਰੇ ਬੁਆੜ ਦੀ ਖੇਤੀ ਵਰਗੇ ਨੇ। ਤਿਲਾਂ ਨੂੰ ਕਿਸਾਨ ਸੰਭਾਲ ਕੇ ਆਪਣੇ ਘਰ ਲੈ ਜਾਂਦਾ ਹੈ ਕਿਉਂਕਿ ਉਹਨਾਂ ਵਿੱਚ ਤਿਲਾਂ ਦੇ ਦਾਣੇ ਨੇ। ਬੁਆੜ ਦੇ ਬੂਟੇ ਖੇਤ ਵਿੱਚ ਖੜੇ ਰਹਿੰਦੇ ਨੇ ਕਿਉਂਕਿ ਉਹਨਾਂ ਵਿੱਚ ਸਵਾਹ ਹੈ। ਫਿਰ ਕੋਈ ਭੱਠੀ ਬਾਲਣ ਵਾਲਾ ਬਾਲਣ ਵਾਸਤੇ ਲੈ ਜਾਂਦਾ, ਕੋਈ ਮੱਝ ਮਿੱਧ ਦਿੰਦੀ, ਕੋਈ ਪਾਲੀ ਠੁੱਡਾ ਮਾਰ ਦਿੰਦਾ, ਫਿਰ ਉਹ ਭੱਠੀਆਂ ਦੇ ਵਿੱਚ ਜਾ ਕੇ ਬੁਆੜ ਦੇ ਬੂਟੇ ਸੜਦੇ। ਇਸੇ ਤਰ੍ਹਾਂ ਨਗੂਰੇ ਕਦੀ ਕਾਮ ਦੀ ਭੱਠੀ, ਕਦੀ ਕ੍ਰੋਧ, ਕਦੀ ਲੋਭ ਮੋਹ ਤੇ ਅਹੰਕਾਰ ਦੀਆਂ ਭੱਠੀਆਂ ਵਿੱਚ ਸੜਦੇ ਤੇ ਜੀਵਨ ਗਵਾ ਬੈਠਦੇ। ਜਿਹੜੇ ਗੁਰੂ ਦਾ ਆਸਰਾ ਪਰਨਾ ਲੈਂਦੇ ਨੇ ਉਹਨਾਂ ਨੂੰ ਗੁਰੂ ਕਿਰਪਾ ਕਰਕੇ ਬਾਹ ਫੜ ਕੇ ਭਵ ਸਾਗਰ ਤੋਂ ਪਾਰ ਉਤਾਰਦਾ। ਇਤਨੀਆਂ ਜੋਦੜੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਅੰਤ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਆਸੀਸ ਦਿਓ। ਸਾਰੀ ਸੰਗਤ ਅਦਬ ਸਤਕਾਰ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।